ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਦਸ਼ਾਹ ਜਹਾਂਗੀਰ ਨੂੰ ਸਿਰੋਪਾ ਦਿੱਤਾ। ਬਾਦਸ਼ਾਹ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਸਿਰੋਪੇ ਨੂੰ ਆਪਣੇ ਸਿਰ ਦੇ ਉੱਤੇ ਧਾਰਨ ਕੀਤਾ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਅਪਰ ਸੰਗ ਜੇਤੇ ਉਮਰਾਓ, ਸਭ ਕੋ ਸੁੰਦਰ ਦੇ ਸਿਰ ਪਾਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬਾਦਸ਼ਾਹ ਦੇ ਨਾਲ ਜਿੰਨੇ ਵੀ ਉਸ ਦੇ ਵੱਡੇ ਜਰਨੈਲ ਸਨ, ਉਹਨਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਸਰੂਪੇ ਦਿੱਤੇ। ਦੀਨ ਸਿਤੋ ਪਲ ਗੁਰੂ ਪ੍ਰਸਾਦ, ਸਭਨ ਲੀਨ ਕਰ ਕਰ ਲਾਦ। ਇਸ ਤੋਂ ਇਲਾਵਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਪਤਾਸਿਆਂ ਦਾ ਪ੍ਰਸ਼ਾਦ ਦਿੱਤਾ ਤੇ ਸਾਰਿਆਂ ਨੇ ਖੁਸ਼ੀ ਨੂੰ ਧਾਰਨ ਕਰਕੇ ਉਹ ਪ੍ਰਸ਼ਾਦ ਵੀ ਗ੍ਰਹਿਣ ਕੀਤਾ। ਸ਼ਾਹ ਨਫਰ ਜੇ ਤਖਤ ਸਥਾਨ, ਜਥਾ ਜੋਗ ਧਨ ਦੀਨ ਮਹਾਨ। ਕਵੀ ਜੀ ਲਿਖਦੇ ਨੇ, ਸ਼ਾਹ ਦੇ ਹੋਰ ਵੀ ਜਿੰਨੇ ਨੌਕਰ ਚਾਕਰ ਉਹਦੇ ਨਾਲ ਪਹੁੰਚੇ ਸਨ, ਉਹਨਾਂ ਸਾਰਿਆਂ ਨੂੰ ਜਥਾ ਜੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਨ ਦਿੱਤਾ। ਲੈ ਲੈ ਸਕਲ ਕਰੇ ਅਭਿਵੰਦਨ, ਸੁਜਸ ਕਰੈ ਗੁਰ ਦੋਖ ਨਿਕੰਦਨ। ਸਾਰੇ ਦੇ ਸਾਰੇ ਸਤਿਗੁਰਾਂ ਨੂੰ ਨਮਸਕਾਰਾਂ ਕਰਦੇ ਨੇ ਔਰ ਦੋਖਾਂ ਦੇ ਕੱਟਣ ਵਾਲੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਜਸ ਨੂੰ ਬਿਆਨ ਕਰਦੇ ਨੇ। ਪਾਣਿਓ ਸ਼ਾਹ ਨੇ ਸਰਬ ਮਕਾਨ, ਕਰਵਾਵੋ ਨਿੱਕੀ ਬਿਦ ਠਾਨ। ਉਸ ਵੇਲੇ ਬਾਦਸ਼ਾਹ ਨੇ ਅਰਜ਼ ਕੀਤੀ, ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ, ਇਹ ਜਿਹੜੇ ਤੁਹਾਡੇ ਮਕਾਨ ਨੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਸੋਹਣਾ ਬਣਾਉਣਾ ਚਾਹੀਦਾ। ਸ਼ਾਹ ਸਦਨ ਤੇ ਲਾਗੈ ਦਰਬਾ, ਪੂਜਣ ਥਾਨ ਬਣਾਵੋ ਸਰਬਾ। ਕਹਿੰਦਾ ਸੱਚੇ ਪਾਤਸ਼ਾਹ, ਪੂਜਨੀਕ ਥਾਂ ਹੈ, ਇਸ ਕਰਕੇ ਸਾਰਿਆਂ ਤੋਂ ਚੰਗੀ ਇਹ ਹੋਣੀ ਚਾਹੀਦੀ ਹੈ। ਸੱਚੇ ਪਾਤਸ਼ਾਹ, ਜਿੰਨਾ ਵੀ ਧਨ ਲੱਗੇਗਾ ਉਹ ਧਨ ਮੈਂ ਦੇਵਾਂਗਾ। ਸੱਚੇ ਪਾਤਸ਼ਾਹ, ਇਹਨਾਂ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾਓ। ਮੁਖ ਤੇ ਆਇਸ ਕਰਤੇ ਰਹੋ, ਬਨ ਤਥਾ ਜੈਸੇ ਚਿਤ ਚਾਹੋ। ਬਾਦਸ਼ਾਹ ਜਹਾਂਗੀਰ ਕਹਿੰਦਾ ਕਿ ਤੁਸੀਂ ਆਪਣੇ ਮੁਖ ਤੋਂ ਸਿਰਫ ਹੁਕਮ ਕਰਦੇ ਰਹੋ, ਬਾਕੀ ਜੋ ਵੀ ਹੋਵੇਗਾ ਉਹ ਮੈਂ ਕਰਾਂਗਾ। ਔਰ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਦੇ ਚਾਹੋਗੇ ਉਸ ਤਰ੍ਹਾਂ ਦੇ ਮਕਾਨ ਬਣ ਜਾਣਗੇ। ਗੁਰੂ ਕਹਿਓ ਇਹ ਸਭ ਬਣ ਜੈ, ਜਬ ਹੀ ਸਮਾਂ ਬਣਨ ਕੋ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ, ਹੇ ਬਾਦਸ਼ਾਹ, ਇਹ ਆਪੇ ਹੀ ਸਾਰਾ ਕੁਝ ਬਣ ਜਾਵੇਗਾ, ਪਰ ਜਦੋਂ ਬਣਨ ਦਾ ਸਮਾਂ ਆਵੇਗਾ।
सतगुर के सिख प्रेमी जोए तन तन मन ते सेवै सोए। सतगुरु जी कहते ने बनदा जदों समा आवेगा ते जरूर सारा कुछ चंगा बन जाएगा। गुरु जी कहते ने सतगुरु दे जिहड़े सिख प्रेमी ने वो मानो कि तन दे नाल धन दे नाल और मन दे नाल सेवा करनगे। सने सने स्वर्ण के मंदिर अनेक प्रकार न बन है सुंदर। सतगुरु हरगोबिंद सच्चे पातशाह जी ने बचन किया कि हौली हौली सारे जिहड़े मंदिर ने ना वो सोने दे बन जाणगे। और ये तो आम गल मशहूर हो चुकी है कि हरमंदिर साहिब दे उत्ते सोने का पत्रा चढ़िया होया। दुनियावी जिहड़े लोग ने वो गोल्डन टैंपल करके ना इसका जानते हैं। सतगुरु हरगोबिंद सच्चे पातशाह जी ने आख्या कि सोने दे मकान बनणगे, अनेक तरह के सुंदर होणगे। गुर मर्जी हजरत की जानी मुख ते आछी बात बखानी। ग्रंथाकार भाई संतोख सिंह जी लिखते हैं सतगुरां दी मर्जी नूं बादशाह ने जानिया ते फिर कह लगा जी ठीक गल है, तुसीं ठीक फरमाउंदे हो। आयस ले कर ठाण प्रणाम चलियो सराहत गुर के धाम। आग्या नूं लैके नमस्कार करके ते गुरु दे घर दी शलाघा करदा होया बादशाह चला गया। निज डेरे में पहुंचो जाई बेगम मिली जब समुदाई। जिथे डेरा लाया होया सी बादशाह वापस उत्थे परत्या है। बादशाह दियां बेगमां आण के सारियां मिलियां बादशाह नूं। बूझण कीन शाह कित गए गुर को दरस बतावत पाए। पुछया बेगमां ने हे बादशाह सलामत तुसीं कित्थे गए सी? अगों जवाब दिता बादशाह ने कहंदा गुरु दा दर्शन करने वास्ते गया सा। कहत पाई गुर की जे दारा हम पी दरस लह सुख सारा। बेगमां बादशाह नूं कहंदियां ने कि पीर जी दा दर्शन ते पहला हो गया सी पर पीर दी जिहड़ी घर वाली है ना वो अजे तक नहीं वेखी कि वो किवें दी है। इस करके असीं उहदी घर वाली दा दर्शन करना चाहुंदे हां और इस तो इलावा गुरु दे घर नूं भी वेखना चाहुंदे हां। सुनत शाह तब आयस दई बेगम बृंद त्यार तब भई। बादशाह ने आख्या बड़ी खुशी दे नाल जाओ गुरु घर दा जाके दर्शन करो, उन्हां दी इस्त्री नूं भी जाके वेखो। बेगमां नूं आग्या दे दित्ती है ते बेगमां जाण दे वास्ते सारियां तैयार होईयां। चढ़ गमनी पर दे असवारी आई गुरु की पुरी निहारी। क्योंकि अमृतसर तो 2-3 कोहां दी दूरी ते बादशाह ने पड़ा कीता सी। उस जगह तो पालकी दे विच असवार होईयां ने ते गुरु दी नगरी भाव के अमृतसर पहुंचियां ने। आण के दर्शन किया अमृतसर नगरी दा। पूरब श्री हर मंदिर गई दरस बिलोकत हरखत भई। सारियां तो पहला बेगमां हरि मंदिर दा दर्शन करने दे वास्ते गईयां ने, जाके दर्शन किया और खुश होईयां। दरब अकोर धरी कर नमो गुर घर को चाली तिह समो। बहुते सारे पैसों नूं अर्पण किया हरि मंदिर दे विच। नमस्कार करन तो बाद फिर गुरु जी दे घर दे वल चल पईयां। मात गंग बड़ फर्श कराए बैठे बिच त्रियण समुदाय। माता गंगा जी नूं पता लगा कि बेगमां आईयां ने। उन्हां दे आउण तो पहला माता गंगा जी ने सोहणी विछाई की ते बहुत सारियां औरतां दे विच माता गंगा जी भी बह गए। निकट अपने नुखा बिठाई वस्त्र विभूखण सो छब छाई। बहुत सारियां होर औरतां बैठियां ने। उन्हां औरतां दे विच माता गंगा जी भी बैठे ने ते कवि जी कहते ने माता गंगा जी ने अपनी नूंह नूं भाव के दमोदरी जी नूं भी अपने कोल बिठाया होया।
बड़े सोहने कीमती गहने ते कपड़े दमोदरी जी ने धारण किए हुए ने। प्रभशी बेगम सदन मजारी गमनी आगे तज असवारी। बेगमा ने घर के अंदर प्रवेश किया है, अपन सारिया सवारियां नूं छड़ दिता। जेवर जरे जवाहर बृंद कंचन के गुण चार बिलंद। बहुते सारे ऐसे गहने जिन्हां दे विच जवाहर मोती लगे हुए ने और इस तो इलावा बहुते सारे सोने के गहने उन्हां ने माता गंगा जी के चरणों के विच अर्पण किए। वस्त्र जे इस्तरण पहरन गात रेशम पशम बरन बहु भांत। इस तो इलावा औरतां दे पहनण वाले बहुत सारे कपड़े जिन्हां दे विच रेशमी ते पशमीने दे कपड़े ने, वो भी तरह तरह के रंगां दे भेट कीते। धार कर सब शुभ गंग अगारी गन बेगम तब बंधन तारी। ग्रंथाकार भाई संतोख सिंह जी लिखते हैं, सारा कुछ माता गंगा जी के अगे अर्पण करके माता गंगा जी नूं बेगमा ने नमस्कार कीते। गुर जननी ने बहु सन्मानी हर खावत कह माधुर बानी। गुरु दी जननी ने, गुरु दी माता ने, भाव के माता गंगा जी ने बहुत ही ज़्यादा बेगमा का सन्मान किया। खुश होए माता जी मिल के और फिर मिठिया लफ्जां दे नाल उन्होंने कहना शुरू किया। माता गंगा ने निकट अपने सकल बिठाई प्रतिव्रत धर्म धरो सिख गाई। अपने कोल बिठा के माता गंगा जी ने ये चंगी श्रेष्ठ सिक्ख्या दी है, पतिव्रता धर्म नूं हमेशा तुसीं धारण करो। पुत्र पौत्र गण ते सुख पावो पति की प्रीत रह हर खावो। इस तो इलावा माता गंगा जी ने सारियां नूं ये भी असीस दी है कि पुत्रां ते पोतरियां दा तुसीं सुख माणोगियां। इस तो इलावा पति दी प्रीत दे विच हमेशा खुश रहोगियां। हाथ जोर पुन बूझण लागी गुरु पार जा को बड़ भागी। बहुत सारिया औरतां बैठिया ने। फिर बेगमा ने माता गंगा जी तो पूछया कि गुरु दी भारजा कौन है वड्डे भागां वाली, भाव के गुरु दी पत्नी केड़ी। हे माता सो हमें बतावो तिसके सम को नहीं लखावो। कहंदियां ने हे माता जी सानू दसो कि गुरु दी घरवाली केड़ी है, तिसके सम को नहीं लखावो। सानू लगदा है कि उन्हां वर्गी होर कोई नहीं होवेगी। सुन गंगा कर संग बताई एह मम नोखा गुरन घर आई। दमोदरी दे वल हथ दा इशारा किया माता गंगा जी ने, ते नाल ही आख्या कि ये मेरी नूह है जिहड़ी कि गुरु दे घर दे विच व्याही आई है। दीर्घ नयना को तब हेरा कह के धन भाग है तेरा। सारिया बेगमा ने दमोदरी जी का दर्शन किया। मानो कि दमोदरी जी दियां बहुत वड्डियां अखां ने, उन्होंने देखिया। कह के धन भाग है तेरा। दमोदरी जी नूं कहंदियां ने बेगमा कि हे गुरु दी पत्नी तू वड्डे भागां वाली है। सुंदर महास्वरूप छबीला असपति प्राप्त भयो सुशीला। सुंदर बड़े वड्डे स्वरूप वाला बांका ऐसा तेनू पति मिलया है संयोग दे नाल, तू बहुत ही वड्डे भागां वाली है। इस तरह दमोदरी जी नूं बेगमा कहंदियां ने। कितक देर दर्शन को कीन बहुर चलन को आयस लीन। कवि जी लिखते ने थोड़ा चिर इसे तरीके दे नाल माता गंगा जी का दमोदरी जी का दर्शन किया ते फिर जाण दे वास्ते आग्ञा मंगी। तब गंगा ने प्रेरी दासी जारी वस्त्र गाने आने पासी। उस वेले माता गंगा जी ने दासी नूं हुक्म किया
ਤੇ ਦਾਸੀ ਨੇ ਬਹੁਤੇ ਸਾਰੇ ਕੀਮਤੀ ਜਰੀਦਾਰ ਜਿਹੜੇ ਕੱਪੜੇ ਸੀ ਨਾ ਉਹ ਆਣ ਕੇ ਲਾਗੇ ਰੱਖ ਦਿੱਤੇ। ਸਭ ਬੇਗਮ ਕੋ ਸਾਦਰ ਦੀਨੇ, ਗੁਰ ਪ੍ਰਸਾਦ ਲਖ ਕਰ ਤਿਨ ਲੀਨੇ। ਮਾਤਾ ਗੰਗਾ ਜੀ ਨੇ ਬੜੇ ਸਨਮਾਨ ਦੇ ਨਾਲ ਸਾਰੀਆਂ ਬੇਗਮਾਂ ਨੂੰ ਉਹ ਕੱਪੜੇ ਪ੍ਰਦਾਨ ਕੀਤੇ। ਤੇ ਕਵੀ ਜੀ ਲਿਖਦੇ ਨੇ, ਗੁਰੂ ਪ੍ਰਸਾਦ ਲਖ ਕਰ ਤਿਨ ਲੀਨੇ। ਬੇਗਮਾਂ ਨੇ ਮਾਨੋ ਕਿ ਗੁਰੂ ਘਰ ਦੇ ਵੱਲੋਂ ਪ੍ਰਸ਼ਾਦ ਸਮਝ ਕੇ ਉਹਨਾਂ ਸਾਰਿਆਂ ਕੱਪੜਿਆਂ ਨੂੰ ਪ੍ਰਵਾਨ ਕੀਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਹੋਇਆ। ਜਹਾਂਗੀਰ ਵੀ ਦਰਸ਼ਨ ਕਰਨ ਦੇ ਵਾਸਤੇ ਆਇਆ ਸੀ ਔਰ ਬੇਗਮਾਂ ਵੀ ਆਈਆਂ ਸਨ। ਕਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਲਿਖਦੇ ਨੇ। ਬਾਦਸ਼ਾਹ ਗੁਮਟਾਲੇ ਵੱਲ ਉਤਰਿਆ ਸੀ, ਦੂਜੇ ਦਿਨ ਉਹ ਕਰਨ ਦੀਦਾਰ ਆਇਆ। ਬਹੁਤ ਸਾਰਾ ਕੜਾ ਪ੍ਰਸ਼ਾਦ ਲੈ ਕੇ ਸਤਿਗੁਰਾਂ ਦੇ ਨਾਲ ਦਰਬਾਰ ਆਇਆ। ਕਿੰਨਾ ਚਿਰ ਅੰਦਰ ਬੈਠੇ ਸੁਣੀ ਬਾਣੀ, ਭੇਟਾ ਬਹੁਤ ਚੜਾਏ ਕੇ ਬਾਹਰ ਆਇਆ। ਫੇਰ ਤਖਤ ਅਕਾਲ ਦੇ ਕਰੇ ਦਰਸ਼ਨ, ਸਾਰੀ ਰਚਨਾ ਵੇਖ ਇਤਬਾਰ ਆਇਆ। ਸਾਰੇ ਲਸ਼ਕਰ ਦੀ ਗੁਰਾਂ ਕਰੀ ਰੋਟੀ, ਛੱਡੀ ਥੋੜਨਾ ਖਰਚ ਅਪਾਰ ਆਇਆ। ਗੁਰਾਂ ਸਿਰੋਂ ਪਾਓ ਦਿੱਤੇ ਬਹੁਤ ਸਾਰੇ, ਯਥਾ ਯੋਗ ਜੈਸਾ ਦਰਕਾਰ ਆਇਆ। ਰਲ ਬੇਗਮਾਂ ਮਾਤਾ ਨੂੰ ਮਿਲਣ ਆਈਆਂ, ਰਲ ਬੇਗਮਾਂ ਮਾਤਾ ਨੂੰ ਮਿਲਣ ਆਈਆਂ। ਆਦਰ ਕਰਨ ਲਈ ਸਾਰਾ ਪਰਿਵਾਰ ਆਇਆ। ਦਿੱਤਾ ਲਿਆ ਦੋ ਪਾਸਿਓਂ ਬਹੁਤ ਕੁਝ ਸੀ, ਲਾਲੀ ਬਣੀ ਰਹੀ ਵੱਧ ਪਿਆਰ ਆਇਆ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਤੋਂ ਆਦਾਨ ਪ੍ਰਦਾਨ ਬਹੁਤ ਹੋਇਆ, ਕਿਉਂਕਿ ਬੇਗਮਾਂ ਨੇ ਵੀ ਬਹੁਤ ਕੁਝ ਅਰਪਣ ਕੀਤਾ ਸੀ ਤੇ ਮਾਤਾ ਗੰਗਾ ਜੀ ਨੇ ਵੀ ਅੱਗੋਂ ਉਹਨਾਂ ਦਾ ਸਨਮਾਨ ਰੱਖਣ ਦੇ ਵਾਸਤੇ ਕੱਪੜੇ ਦਿੱਤੇ। ਇਸ ਤਰੀਕੇ ਦੇ ਨਾਲ ਉਸ ਵੇਲੇ ਗੁਰੂ ਦਾ ਪ੍ਰਸ਼ਾਦ ਸਮਝ ਕੇ ਬੇਗਮਾਂ ਨੇ ਕੱਪੜਿਆਂ ਨੂੰ ਅਖਤਿਆਰ ਕੀਤਾ, ਲੈ ਲੈ। ਬੰਧਨ ਕਰਤ ਬਹੁਰ ਹਰ ਖਾਏ, ਉੱਠ ਕਰ ਬੇਗਮ ਤਬ ਸਮੁਦਾਏ। ਨਮਸਕਾਰ ਕਰਕੇ ਬੜੀ ਖੁਸ਼ੀ ਦੀ ਹਾਲਤ ਦੇ ਵਿੱਚ ਸਾਰੀਆਂ ਬੇਗਮਾਂ ਉੱਠ ਕੇ ਖੜੀਆਂ ਹੋਈਆਂ। ਘਰ ਤੇ ਨਿਕਟ ਚੜੀ ਅਸਵਾਰੀ, ਪਹੁੰਚੀ ਆਪਣੇ ਸਿਵਰ ਮਝਾਰੀ। ਘਰ ਤੋਂ ਬਾਹਰ ਨਿਕਲੀਆਂ ਨੇ, ਆਪਣੀਆਂ ਪਾਲਕੀਆਂ ਦੀਆਂ ਅਸਵਾਰੀਆਂ ਕੀਤੀਆਂ ਤੇ ਫਿਰ ਸਾਰੀਆਂ ਦੇ ਸਾਰੀਆਂ ਜਿੱਥੇ ਡੇਰਾ ਲਾਇਆ ਸੀ ਗੁਮਟਾਲੇ ਨਾਂ ਦੀ ਜਗ੍ਹਾ ਤੇ ਉੱਥੇ ਪਹੁੰਚ ਗਈਆਂ। ਨਿਸਮੇ ਸ਼ਾਹ ਮਿਲਿਓ ਜਬ ਆਏ, ਗੁਰ ਕੋ ਸਦਨ ਸਰਾਹ ਸੁਨਾਏ। ਜਦੋਂ ਬਾਦਸ਼ਾਹ ਬੇਗਮਾਂ ਨੂੰ ਮਿਲਿਆ ਤੇ ਫਿਰ ਗੁਰੂ ਘਰ ਦੀ ਬਹੁਤੀ ਹੀ ਜ਼ਿਆਦਾ ਸ਼ਲਾਘਾ ਕੀਤੀ ਬੇਗਮਾਂ ਨੇ। ਸ੍ਰੀ ਅਰਜਨ ਸੁਤ ਸਦਨ ਸੁਹਾਏ, ਸੁਪਦ ਜਥਾ ਸੁਖ ਨਿਸਾ ਬਤਾਏ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਭਾਵ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਘਰ ਦੇ ਵਿੱਚ ਬਿਰਾਜਮਾਨ ਹੋਏ ਨੇ, ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ। ਭਈ ਪ੍ਰਾਤ ਜਬ ਸ਼ਾਹ ਸੁਜਾਨਾ, ਕਰਿਓ ਕੂਚ ਲਵਪੁਰੀ ਪਿਆਨਾ। ਜਦੋਂ ਹੀ ਅਗਲੀ ਸਵੇਰ ਹੋਈ ਤੇ ਬਾਦਸ਼ਾਹ ਫਿਰ ਲਾਹੌਰ ਦੇ ਵੱਲ ਚਲਿਆ ਗਿਆ। ਕਿੰਚ ਬੇਗ ਅਰ ਖਾਨ ਵਜ਼ੀਰ, ਜਹਾਂਗੀਰ ਬੁਲਵਾਏ ਤੀਰ। ਲਾਹੌਰ ਜਾਣ ਤੋਂ ਪਹਿਲਾਂ ਬਾਦਸ਼ਾਹ ਨੇ ਕਿੰਚ ਬੇਗ ਨੂੰ ਔਰ ਵਜ਼ੀਰ ਖਾਨ ਨੂੰ ਆਪਣੇ ਕੋਲ ਸੱਦਿਆ। ਸਕਲ ਬਾਰਤਾ ਕਹਿ ਸਮਝਾਈ, ਪੀਰ ਸਮੀਪੀ ਥਿਰ ਹੋਏ ਥਾਈ। ਲਾਹੌਰ ਜਾਣ ਤੋਂ ਪਹਿਲਾਂ ਬਾਦਸ਼ਾਹ ਕਿੰਚ ਬੇਗ ਨੂੰ ਤੇ ਵਜ਼ੀਰ ਖਾਨ ਨੂੰ ਕਹਿੰਦਾ ਕਿ ਮੈਂ ਤੇ ਲਾਹੌਰ ਜਾ ਰਿਹਾ ਹਾਂ, ਪਰ ਤੁਸੀਂ ਪੀਰ ਦੇ ਕੋਲ ਹੀ ਹਮੇਸ਼ਾ ਰਹਿਣਾ। ਇੱਕ ਦੋਏ ਦਿਨ ਕਰ ਬਾਸ ਆਵਾਸ, ਪੁਣ ਚੜਾਏ ਆਨੋ ਮਮ ਪਾਸ। ਕਹਿੰਦਾ ਕਿ 2-3 ਦਿਨ ਸਤਿਗੁਰਾਂ ਦੇ ਕੋਲ ਰਵੋ ਤੇ ਫਿਰ ਇਹਨਾਂ ਨੂੰ ਅਰਜ਼ ਕਰਕੇ ਮੇਰੇ ਕੋਲ ਲਾਹੌਰ ਹੀ ਲੈ ਆਇਓ। ਕਹਿੰਦਾ ਚਮੂ ਸਮੀਪ ਅਹ ਤਰੁਣਾਈ, ਹਮ ਟਿਕ ਰਹਿਨੋ ਅਹ ਭਲਾਈ। ਕਹਿੰਦਾ ਕਿ ਸਤਿਗੁਰਾਂ ਦੇ ਨਾਲ ਬਹੁਤੀ ਫੌਜ ਹੈ ਔਰ ਮੇਰਾ ਵੀ ਇਹ ਜੀ ਕਰਦਾ ਹੈ ਕਿ ਮੇਰਾ ਸਤਿਗੁਰਾਂ ਦੇ ਨਾਲ
बना बनया रवे, इस करके मेरी अभिलाखा है इन्हां दे नाल मिले रहन दी। मैं पी कहियो आप चढ़ आए, नत तुम दोनों बिन सुनाए। बादशाह वजीर खान नूं ते किंच बेग नूं कहंदा है कि मैं भी अर्ज कीती है कि सच्चे पातशाह तुसीं मेरे जाण तो बाद लाहौर आयो। कहंदा है कि इस करके हो सकता है कि मेरे कहण दे उत्ते ही वो चले आउण। कहंदा जे ना आए ते तुसीं मेरे वल्लों फिर अर्ज करियो। ज्यों क्यों कर लवपुर ले आवो, रहो निकट गोरे अबे सिधावो। कहंदा है कि जिवें ना किवें करके सतगुरां नूं जरूर लाहौर लैके आयो, निकट रहो गुर अबे सिधावो। हुण चले जाओ ते गुरु दे कोल जाके रहो। सैना संग अपने राखो, बिना बिलम आवन अभी लाखो। इस तो इलावा बादशाह ने भी हुक्म दिता है कि थोड़ी बहुती सैना अपने नाल रखो ते देरी नूं छड्ड के तुसीं जरूर आउण दी आशा नूं धारण करियो। सुन दोनों चुक करी सलामू, चलियो शाह संग चमू तमामू। कवि जी लिखते ने कि दोवां ने किंच बेग ने और वजीर खान ने झुक झुक के बादशाह नूं सलामा कीतियां ते दूसरे पासे बादशाह वड्डी फौज नूं ना लैके चल पिया लाहौर वल। गज बाजन के शब्द उठंते, लवपुर के सन्मुख गमनंते। हाथी ते घोड़ियां दियां पौड़ां दियां जिहड़ियां आवाज़ां ने वो आ रही ने। इस तरह वड्डा सारा जिहड़ा काफला है ना वो लाहौर दे वल जा रहा है। मग मैं निस बस पहुँच्यो जाई, उतरियो जाए हृदय हर खाई। एक रात बादशाह जहांगीर ने रस्ते दे विच बतीत कीती ते अगली सवेर खुशी दे नाल लाहौर पहुँच गया। किंच बेग यार खान वजीर, कुछ सैना की लै संग भीड़। दूसरे पासे किंच बेग ते वजीर खां सैना की थोड़ी भीड़ नूं ना लैके अमृतसर वल आए। सकल सुधा सर को चल आए, पुर ते वहर सिवर उतर आए। अमृतसर दे वल चल के आए ने पर पुरी तो बाहर वार ही उन्होंने अपना डेरा लाया। निकट सुधा सर उतरे सारे, मज्जन कर दरस को तारे। अमृतसर दे लागे ही सारिया ने डेरा लाया है और मानो के इशनान पानी किया है और दरस की आशा नूं धारण किया। खान पान की जे सुध सारी, गुरु ग्रह ते पहुंचो हित तारी। खाण पीण दी जिन्नी भी सांभ संभाल सी, जिन्नी भी खबरसार सी, वो कवि जी लिखते हैं कि गुरु घर दे वल्लों ही सारियां दी हुई। इस जगह के उत्ते कवि जी ने अपने अध्याय की समाप्ति की है, नवे अध्याय का प्रारंभ करते हैं। श्री गुर हर गोबिंद जी बैठे लाए दीवान, सकल चमू के पट मिले आयुध धरे महान। ग्रंथाकार भाई संतोख सिंह जी लिखते हैं कि सतगुरु हरगोबिंद सच्चे पातशाह जी फिर वड्डी सभा नूं ला के सभा दे विच बह गए ने। बहुत सारी सतगुरां दी जिहड़ी शस्त्रधारी फौज है वो भी हथियारां नूं धारण करके सतगुरां दे कोल बैठी। सिख संगत बहु बृंद मसंद, सब मिले आए अल्प बिलंद। सिख संगत ते बहुत सारे सतगुरां दे थापे होए मसंद, सारे दे सारे छोटे ते वड्डे इकट्ठे हुए। दरसै सतगुर को सुख धरैं, मनो कामना पूर्ण करैं। आन के सारिया ने सतगुरु हरगोबिंद सच्चे पातशाह जी दे दर्शन नूं कीता है ते सतगुरां दे चरणां दे विचों अपनियां मनोकामना पूर्ण कीतियां। खां वजीर तब चल कर आयो, संग सो किंच बेग को लियायो। इन्ने चिर नूं वजीर खां उत्थे चल के आ गया है। वजीर खां दे नाल किंच बेग भी पहुंचा है। शरदा प्रेम हृदय अधकाए, नमो करी बहु सीस निवाए। दोवां दे मन दे विच
ਗੁਰੂ ਦੇ ਪ੍ਰਤੀ ਬੜੀ ਸ਼ਰਧਾ ਹੈ, ਬੜਾ ਪ੍ਰੇਮ ਹੈ। ਦੋਵਾਂ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿਰ ਨਿਵਾਇਆ। ਸਾਦਰ ਸਤਿਗੁਰ ਨਿਕਟ ਬਿਠਾਇਓ, ਕਹਿਓ ਸ਼ਾਹ ਕੋ ਸਕਲ ਸੁਨਾਇਓ। ਬੜੇ ਸਤਿਕਾਰ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਨੂੰ ਆਪਣੇ ਲਾਗੇ ਬਿਠਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਰਾ ਫਿਰ ਬਾਦਸ਼ਾਹ ਦਾ ਭੇਦ ਉਹਨਾਂ ਨੇ ਦੱਸਿਆ। ਸੁਣ ਹਜ਼ੂਰ ਨੇ ਧੀਰਜ ਦੀਨਾ, ਲਵਪੁਰ ਚਲੈ ਬਿਲੰਬ ਬਹੀਨਾ। ਬਾਦਸ਼ਾਹ ਦੇ ਵੱਲੋਂ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਬਾਦਸ਼ਾਹ ਕਹਿੰਦਾ ਸੀ ਕਿ ਲਾਹੌਰ ਤੁਸੀਂ ਜ਼ਰੂਰ ਪਹੁੰਚਿਓ। ਸਤਿਗੁਰਾਂ ਨੇ ਗੱਲ ਸੁਣ ਕੇ ਧੀਰਜ ਦਿੱਤੀ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜਾਵਾਂਗੇ, ਜ਼ਰੂਰ ਜਾਵਾਂਗੇ। ਇਮ ਕਹਿ ਸੁਣ ਕਰ ਔਰ ਹਰ ਖਾਏ, ਅਪਰ ਅਨੇਕ ਪ੍ਰਸੰਗ ਚਲਾਏ। ਜਦੋਂ ਸਤਿਗੁਰਾਂ ਨੇ ਲਾਹੌਰ ਜਾਣ ਦੀ ਹਾਮੀ ਭਰੀ ਤੇ ਸਾਰੇ ਬਚਨ ਨੂੰ ਸੁਣ ਕੇ ਖੁਸ਼ ਹੋਏ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਬੈਠੇ ਰਹੇ ਗੁਰੂ ਚਿਰਕਾਲ, ਦਰਸ਼ਨ ਦੇ ਸਿੱਖ ਕਰੇ ਨਿਹਾਲ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਾਫੀ ਸਾਰਾ ਸਮਾਂ ਸਤਿਗੁਰੂ ਜੀ ਸਭਾ ਦੇ ਵਿੱਚ ਬੈਠੇ ਰਹੇ ਤੇ ਮਾਨੋ ਕਿ ਸਿੱਖਾਂ ਸੇਵਕਾਂ ਨੂੰ ਦਰਸ਼ਨ ਦੇ ਕੇ ਸਤਿਗੁਰਾਂ ਨੇ ਨਿਹਾਲ ਕੀਤਾ। ਬੌਰ ਪ੍ਰਵੇਸ਼ ਮਹਿਲ ਮੇ ਭਏ, ਨਿਜ ਨਿਜ ਡੇਰੇ ਕੋ ਸਭ ਗਏ। ਇਸ ਤੋਂ ਬਾਅਦ ਸਭਾ ਦੇ ਵਿੱਚੋਂ ਉੱਠ ਕੇ ਆਪਣੇ ਮਹਿਲਾਂ 'ਚ ਚਲੇ ਗਏ ਨੇ ਤੇ ਫਿਰ ਸਾਰੇ ਦੇ ਸਾਰੇ ਆਪੋ ਆਪਣੇ ਡੇਰਿਆਂ ਦੇ ਉੱਤੇ ਚਲੇ ਗਏ। ਬਿਦਿਆ ਜੇਠਾ ਹਰਖ ਬਿਸਾਲੇ, ਗਰ ਚੰਦੂ ਕੇ ਸੰਗਰੀ ਡਾਲੇ। ਭਾਵੇਂ ਕਿ ਚੰਦੂ ਦੀ ਗ੍ਰਿਫਤਾਰੀ ਤੋਂ ਸਾਰੇ ਬੜੇ ਖੁਸ਼ ਨੇ, ਪਰ ਵਿਸ਼ੇਸ਼ ਰੂਪ ਦੇ ਵਿੱਚ ਭਾਈ ਬਿਧੀ ਚੰਦ ਤੇ ਜੇਠਾ ਜੀ ਬੜੇ ਖੁਸ਼ ਨੇ। ਉਹਨਾਂ ਨੇ ਚੰਦੂ ਦੇ ਗਲ ਦੇ ਵਿੱਚ ਕੁੱਤਿਆਂ ਦੇ ਵਾਂਗ ਸੰਗਲੀ ਪਾਈ ਹੋਈ ਹੈ। ਹਾਥ ਚੰਡਾਲਣ ਤੇ ਗਹਿਵਾਈ, ਆਨਿਓ ਗੁਰੂ ਬਾਜ਼ਾਰ ਕੇ ਥਾਈ। ਜਦੋਂ ਦਿਨ ਦਾ ਕਾਫੀ ਸਾਰਾ ਚੜ੍ਹਾਅ ਹੋਇਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਬਾਜ਼ਾਰ ਦੇ ਵੱਲ ਚੱਲ ਪਏ ਤੇ ਚੰਡਾਲਾਂ ਦੇ ਹੱਥ ਦੇ ਵਿੱਚ ਉਸ ਚੰਦੂ ਦੀ ਜਿਹੜੀ ਸੰਗਲੀ ਹੈ ਉਹ ਫੜੀ ਹੋਈ ਹੈ, ਉਹਨੂੰ ਵੀ ਬਾਜ਼ਾਰ ਦੇ ਵੱਲ ਲੈ ਗਏ। ਦੁਰਬਲ ਭਇਓ ਸਜਾਇਨ ਦੀਨ, ਜਰਾ ਆਰਬਲ ਬਲ ਬੜਹੀਨ। ਹੁਣ ਕਵੀ ਜੀ ਲਿਖਦੇ ਨੇ ਕਿ ਸਜ਼ਾਵਾਂ ਬੜੀਆਂ ਦਿੱਤੀਆਂ ਗਈਆਂ ਨੇ, ਇਸ ਕਰਕੇ ਮਾਨੋ ਕਿ ਬੜਾ ਦੁਰਬਲ ਹੋ ਗਿਆ, ਬੜਾ ਕਮਜ਼ੋਰ ਜਿਹਾ ਲੱਗਦਾ ਹੈ। ਜਰਾ ਆਰਬਲ ਬਲ ਬੜਹੀਨ, ਔਰ ਇਸ ਤੋਂ ਇਲਾਵਾ ਬੁਢੇਪੇ ਦੀ ਚੰਦੂ ਦੀ ਉਮਰ ਹੈ, ਇਸ ਕਰਕੇ ਤਾਕਤ ਤੋਂ ਹੀਣਾ ਹੈ। ਸਿਰ ਮੁਖ ਪਰ ਸੁਪੈਦ ਭੇ ਬਾਰੇ, ਸਭ ਮੁੰਡਵਾਏ ਮੂਤਰ ਕੋ ਡਾਰੇ। ਸਿਰਫ ਇੱਥੇ ਹੀ ਬਸਨੇ ਹੈ। ਕਵੀ ਜੀ ਲਿਖਦੇ ਨੇ ਕਿ ਦਾੜੀ ਤੇ ਸਿਰ ਦੇ ਜਿਹੜੇ ਵਾਲ ਨੇ ਉਹ ਚੰਦੂ ਦੇ ਚਿੱਟੇ ਨੇ, ਪਰ ਕਵੀ ਜੀ ਲਿਖਦੇ ਨੇ ਸਭ ਮੁੰਡਵਾਏ ਮੂਤਰ ਕੋ ਡਾਰੇ। ਮੂਤ ਦੇ ਨਾਲ ਨਾਲੇ ਸਿਰ ਮੁੰਨ ਦਿੱਤਾ ਹੈ ਤੇ ਨਾਲੇ ਦਾੜੀ ਮੁੰਨ ਦਿੱਤੀ ਹੈ। ਆਮ ਕਰਕੇ ਜਦੋਂ ਕੋਈ ਮਨੁੱਖ ਦਾਅਵੇ ਦੇ ਨਾਲ ਗੱਲ ਕਰਦਾ ਹੈ ਨਾ ਤੇ ਕਹਿ ਦਿੰਦਾ ਹੈ ਕਿ ਜੇਕਰ ਮੇਰੀ ਗੱਲ ਝੂਠੀ ਹੋਈ ਤੇ ਭਾਵੇਂ ਮੂਤ ਦੇ ਨਾਲ ਮੇਰੀ ਦਾੜੀ ਮੁੰਨ ਦਿਓ। ਇਹ ਆਮ ਲੋਕ ਕਹਿ ਦਿੰਦੇ ਨੇ। ਹੁਣ ਉਹਦੀ ਦੁਰਦਸ਼ਾ ਇਸ ਤਰ੍ਹਾਂ ਕੀਤੀ ਗਈ ਹੈ, ਦਾੜੀ ਵੀ ਮੁੰਨ ਦਿੱਤੀ ਹੈ ਔਰ ਸਿਰ ਵੀ ਮੁੰਨ ਦਿੱਤਾ ਹੈ ਮੂਤ ਦੇ ਨਾਲ। ਇੱਕ ਵਿਰਾਟ ਕਾ ਹਾਟ ਮੰਗਾਵੈ, ਪਨ ਹੀ ਪੰਚ ਬਿਠਾਏ ਲਗਾਵੈ। ਤੇ ਫਿਰ ਸੰਗਲੀ ਤੋਂ ਫੜ ਕੇ ਦੁਕਾਨਾਂ ਹੱਟੀਆਂ ਦੇ ਕੋਲ ਲਿਜਾਂਦੇ ਨੇ ਤੇ ਕਹਿੰਦੇ ਨੇ ਕਿ ਇੱਕ ਪੈਸਾ ਮੰਗ। ਕੌਡੀਆਂ ਇਸ ਤਰੀਕੇ ਦੇ ਨਾਲ ਦੁਕਾਨਾਂ ਤੋਂ ਮੰਗਵਾਈਆਂ ਤੇ ਜਿੱਥੇ ਵੀ ਜਾ ਕੇ ਬਹਿੰਦਾ 5-5 ਜੁੱਤੀਆਂ ਜ਼ਰੂਰ ਸਿਰ ਦੇ ਵਿੱਚ ਮਾਰੀਆਂ ਜਾਂਦੀਆਂ। ਪੁਣ ਦੁਕਾਨ ਦੂਜੀ ਲੈ ਜਾਵੇਂ, ਤਿਸੀ ਪ੍ਰਕਾਰ ਤਹਾਂ ਬਿਠਾਵੇਂ। ਇੱਕ ਦੁਕਾਨ ਤੋਂ ਮੰਗਾਉਂਦੇ ਨੇ, ਫਿਰ ਦੂਸਰੀ ਦੁਕਾਨ ਤੇ ਅੱਗੇ ਲਿਜਾ ਕੇ ਬਿਠਾ ਦਿੰਦੇ ਨੇ, ਨਾਲੇ ਜੁੱਤੀਆਂ ਮਾਰਦੇ ਨੇ ਤੇ ਨਾਲੇ ਕਹਿੰਦੇ ਨੇ ਮੰਗ ਦੁਕਾਨ ਤੋਂ ਕੌਡੀਆਂ ਨੂੰ, ਪੈਸਿਆਂ ਨੂੰ। ਇਸ ਤਰੀਕੇ ਦੇ ਨਾਲ ਮਾਨੋ ਕਿ ਮੰਗਤਿਆਂ ਵਾਲੀ ਹਾਲਤ ਉਸ ਵੇਲੇ ਬਣਾਈ ਗਈ ਚੰਦੂ ਦੇ। ਇਸ ਤਰੀਕੇ ਦੇ ਨਾਲ ਉਸ ਵੇਲੇ ਚੰਦੂ ਨੂੰ ਮਾਨੋ ਕਿ ਕੀਤਾ ਗਿਆ। ਬਾਦਸ਼ਾਹ ਲਾਹੌਰ ਨੂੰ ਚਲਾ ਗਿਆ, ਗੋਰੇ ਅੰਮ੍ਰਿਤ ਸਰ ਰਹਿ ਜਾਮਦੇ ਜੀ। ਸ੍ਰੀ ਤਖਤ ਅਕਾਲ ਦੀਵਾਨ ਲੱਗਦੇ, ਸਿੱਖ ਦਰਸ਼ਨਾਂ ਨੂੰ ਚਲੇ ਆਮਦੇ ਜੀ।
ਚੰਦੂ ਦੁਸ਼ਟ ਤਾਈ ਬੱਧਾ ਵੇਖ ਕਰਕੇ, ਜਸ ਗੁਰਾਂ ਦਾ ਸਿੱਖ ਸੁਣਾਵਦੇ ਜੀ। ਵਾਰੋ ਵਾਰੀ ਸਭ ਜੁੱਤੀਆਂ ਮਾਰ ਦੇਤੇ, ਫਿਟਕਾਰ ਹਜ਼ਾਰ ਦੁਆਵਦੇ ਜੀ। ਬੁਰੇ ਹਾਲ ਨਕੇਲ ਤੋਂ ਫੜ ਕਰਕੇ, ਹੱਟੀ ਹੱਟੀ ਤੇ ਸਿੱਖ ਫਿਰਾਵਦੇ ਜੀ। ਸਾਰੇ ਸਿੱਖ ਸੱਚੇ ਕਰਤਾਰ ਸਿੰਘਾਂ, ਦੁਸ਼ਟ ਚੰਦੂ ਨਾ ਵੇਖਣਾ ਚਾਵਦੇ ਜੀ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਹੱਟੀਆਂ ਦੇ ਅੱਗੇ ਖੜ ਕੇ ਉਸ ਤੋਂ ਭੀਖ ਮੰਗਾਈ ਜਾਂਦੀ ਹੈ। ਸਾਰੇ ਦੇ ਸਾਰੇ ਸਿੱਖ ਮਾਨੋ ਕਿ ਚੰਦੂ ਦੁਸ਼ਟ ਨੂੰ ਵੇਖਣਾ ਨਹੀਂ ਚਾਹੁੰਦੇ, ਬੁਰੀ ਹਾਲਤ ਉਸਦੀ ਕਰਨਾ ਚਾਹੁੰਦੇ ਨੇ। ਪੁਰ ਕੇ ਬਾਰਕ ਹੋਏ ਸਮੁਦਾਏ, ਹਰਖ ਧਾਰ ਸੁਣ ਆਵਤ ਤਾਏ। ਜਦੋਂ ਬਾਜ਼ਾਰਾਂ ਦੇ ਵਿੱਚ ਇਸ ਤਰ੍ਹਾਂ ਚੰਦੂ ਨੂੰ ਲਿਜਾਇਆ ਜਾਂਦਾ ਹੈ, ਉਸ ਵੇਲੇ ਕਵੀ ਜੀ ਕਹਿੰਦੇ ਨੇ ਕਿ ਸ਼ਹਿਰ ਦੇ ਸਾਰੇ ਜਿਹੜੇ ਛੋਟੇ ਬੱਚੇ ਨੇ ਉਹ ਤਮਾਸ਼ੇ ਨੂੰ ਵੇਖਣ ਦੇ ਵਾਸਤੇ ਇਕੱਠਾ ਹੋ ਜਾਂਦੇ ਨੇ। ਚੰਦੂ ਮਹੰਤ ਬਣਿਓ ਜਨ ਨੀਕਾ, ਮਸਤਕ ਚੋਟ ਲਗੀ ਜਿਨ ਟੀਕਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇੱਕ ਐਸਾ ਦ੍ਰਿਸ਼ਟਾਂਤ ਪੇਸ਼ ਕੀਤਾ ਹੈ ਕਿ ਜਿਵੇਂ ਚੰਦੂ ਇੱਕ ਬਹੁਤ ਵੱਡਾ ਮਹੰਤ ਹੋਵੇ, ਕਿਸ ਤਰ੍ਹਾਂ ਦੀ ਉਸ ਦੀ ਮਹੰਤੀ ਹੈ, ਕਿਸ ਤਰ੍ਹਾਂ ਦੀ ਉਸ ਦੀ ਲੋਕਾਂ ਦੇ ਵਿੱਚ ਪ੍ਰਤਿਸ਼ਠਾ ਹੈ, ਇਸ ਨੂੰ ਕਵੀ ਜੀ ਨੇ ਇੱਕ ਵਿਅੰਗ ਦੇ ਨਾਲ ਪੇਸ਼ ਕੀਤਾ ਹੈ। ਕਵੀ ਜੀ ਲਿਖਦੇ ਨੇ, ਚੰਦੂ ਮਹੰਤ ਬਣਿਓ ਜਨ ਨੇਕਾ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਚੰਦੂ ਬਹੁਤ ਵੱਡਾ ਇੱਕ ਮਹਾਨ ਮਹੰਤ ਬਣ ਗਿਆ ਹੋਵੇ। ਮਸਤਕ ਚੋਟ ਲਗੀ ਜਨ ਟੀਕਾ, ਤੇ ਮਹੰਤਾਂ ਦੇ ਮੱਥੇ ਦੇ ਉੱਤੇ ਤਿਲਕ ਹੁੰਦਾ ਹੈ, ਪਰ ਕਵੀ ਜੀ ਲਿਖਦੇ ਨੇ ਕਿ ਇਸ ਦੇ ਮੱਥੇ ਦੇ ਉੱਤੇ ਤਿਲਕ ਜ਼ਰੂਰ ਹੈ, ਪਰ ਉਹ ਤਿਲਕ ਕਿਸੇ ਕੇਸਰ ਆਦਿਕ ਦਾ ਨਹੀਂ ਲੱਗਾ, ਚੋਟਾਂ ਦਾ ਜ਼ਖਮਾਂ ਦਾ ਤਿਲਕ ਲੱਗਾ ਹੋਇਆ। ਗਰ ਜੂਤਣ ਕੀ ਮਾਲ ਬਿਸਾਲਾ, ਤ੍ਰਿਣ ਕੋ ਚੌਰ ਕਰੈ ਤਿਸ ਕਾਲਾ। ਜਿਹੜਾ ਦੂਸਰਾ ਮਹੰਤ ਹੁੰਦਾ ਹੈ ਉਹਦੇ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਹੁੰਦੀ ਹੈ ਔਰ ਸਿਰ ਦੇ ਉੱਤੇ ਚੌਰ ਹੁੰਦਾ ਹੈ, ਪਰ ਇਹ ਜਿਹੜਾ ਮਹੰਤ ਚੰਦੂ ਹੈ ਇਹਦੇ ਗਲ ਦੇ ਵਿੱਚ ਕਵੀ ਜੀ ਲਿਖਦੇ ਨੇ ਜੁੱਤੀਆਂ ਦੀ ਮਾਲਾ ਹੈ, ਔਰ ਇਸ ਤੋਂ ਇਲਾਵਾ ਜਿਹੜੇ ਤਿਨਕੇ ਨੇ ਨਾ ਉਹਨਾਂ ਦਾ ਚੌਰ ਸਿਰ ਤੇ ਕੀਤਾ ਜਾ ਰਿਹਾ। ਬ੍ਰਿੰਦ ਬਾਲ ਕੇ ਸੰਗ ਜੋ ਚੇਲੇ, ਧੂਰ ਮੁਸ਼ਟ ਜਨ ਅਲਤਾ ਮੇਲੇ। ਹੋਰ ਜਿਹੜੇ ਮਹੰਤ ਹੁੰਦੇ ਨੇ ਉਹਨਾਂ ਦੇ ਨਾਲ ਤੇ ਬੜੇ ਸਿੱਖ ਸੇਵਕ ਹੁੰਦੇ ਨੇ, ਜਿਹੜੇ ਮਾਨੋ ਕਿ ਮੁੱਠੀਆਂ ਭਰ ਭਰ ਕੇ ਅਲਤਾ ਦੀਆਂ ਉਹਦੇ ਉੱਤੇ ਸੁੱਟਦੇ ਨੇ। ਲਾਖ ਦੇ ਨਾਲ ਬਣਾਇਆ ਹੋਇਆ ਇੱਕ ਲਾਲ ਰੰਗ ਹੁੰਦਾ ਹੈ ਜਿਹਨੂੰ ਅਲਤਾ ਕਹਿੰਦੇ ਨੇ। ਹੋਲੀ ਦੇ ਸਮੇਂ ਦੇ ਵਿੱਚ ਉਸ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਕਵੀ ਜੀ ਵਿਅੰਗ ਦੇ ਨਾਲ ਕਹਿੰਦੇ ਨੇ ਕਿ ਜਿਹੜੇ ਛੋਟੇ ਛੋਟੇ ਬਾਲਕ ਨੇ ਨਾ ਉਸ ਦੇ ਨਾਲ ਮਾਨੋ ਕਿ ਇਹ ਮੰਨ ਲਈਏ ਕਿ ਉਸ ਮਹੰਤ ਚੰਦੂ ਦੇ ਇਹ ਚੇਲੇ ਨੇ। ਧੂਰ ਮੁਸ਼ਟ ਜਨ ਅਲਤਾ ਮੇਲੇ, ਪਰ ਇਹ ਕਿਸ ਤਰ੍ਹਾਂ ਦੀ ਅਲਤਾ ਸੁੱਟ ਰਹੇ ਨੇ ਚੰਦੂ ਦੇ ਉੱਤੇ, ਭਰ ਭਰ ਕੇ ਮੁੱਠਾਂ ਇਹ ਸਵਾਹ ਦੀਆਂ ਜਾਂ ਘੱਟੇ ਦੀਆਂ ਚੰਦੂ ਤੇ ਸੁੱਟ ਰਹੇ ਨੇ, ਮਾਨੋ ਕਿ ਇਸ ਤਰ੍ਹਾਂ ਦੀ ਅਲਤਾ ਦਾ ਛਿੜਕਾਅ ਹੋ ਰਿਹਾ ਹੈ ਚੰਦੂ ਦੇ ਉੱਤੇ। ਮਿਲੈ ਬਿਲੋਕਤ ਪਨਹੀ ਮਾਰੈ, ਮਨੋ ਪੇਟ ਦੇ ਜਨਮ ਸੁਧਾਰੈ। ਵੱਡੇ ਸ਼੍ਰੋਮਣੀ ਮਹੰਤਾਂ ਨੂੰ ਬੜੇ ਤਰ੍ਹਾਂ ਦੀਆਂ ਲੋਕਾਂ ਦੇ ਵੱਲੋਂ ਭੇਟਾਂ ਅਰਪਣ ਹੁੰਦੀਆਂ ਨੇ, ਪਰ ਚੰਦੂ ਮਹੰਤ ਨੂੰ ਮਾਨੋ ਕਿ ਸਾਰੇ ਦੇ ਸਾਰੇ ਜੁੱਤੀਆਂ ਦੀ ਭੇਟਾ ਕਰ ਰਹੇ ਨੇ, ਭਾਵ ਕਿ ਜੁੱਤੀਆਂ ਮਾਰ ਰਹੇ ਨੇ, ਜੁੱਤੀਆਂ ਮਾਰ ਕੇ ਆਪਣੇ ਜਨਮ ਨੂੰ ਸਾਰੇ ਸਫਲ ਕਰ ਰਹੇ ਨੇ। ਅਨਕ ਪ੍ਰਕਾਰਨ ਗਾਰ ਨਿਕਾਰਤ, ਸਿਸ ਚੇਲੇ ਜਨ ਸੁਜਸ ਉਚਾਰਤ। ਤੇ ਜਿਹੜੇ ਚੰਦੂ ਨੂੰ ਗਾਲਾਂ ਕੱਢਦੇ ਨੇ ਇਹ ਮਾਨੋ ਕਿ ਉਸ ਵੱਡੇ ਮਹੰਤ ਦਾ ਜਸ ਹੋ ਰਿਹਾ। ਗਾਲਾਂ ਕੱਢੀਆਂ ਜਾਂਦੀਆਂ ਨੇ, ਚੇਲੇ ਤੇ ਜਿਹੜੇ ਸੇਵਕ ਨੇ ਨਾ ਮਾਨੋ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਸ ਵੱਡੇ ਮਹੰਤ ਦਾ ਜਸ ਗਾਣ ਕਰ ਰਹੇ ਹੋਣ ਤੇ ਚੰਦੂ ਮਹੰਤ ਨੂੰ ਗਾਲਾਂ ਨਿਕਲਦੀਆਂ ਨੇ। ਹੁਣ ਕਵੀ ਜੀ ਨੇ ਇੱਕ ਵਿਅੰਗ ਪੇਸ਼ ਕੀਤਾ ਹੈ ਕਿ ਜਿਵੇਂ ਵੱਡੇ ਮਹੰਤ ਦੀ ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ, ਉਸੇ ਤਰ੍ਹਾਂ ਮਾਨੋ ਕਿ ਇਹ ਵੀ ਵੱਡਾ ਮਹੰਤ ਹੈ, ਪਰ ਇਹਦੀ ਜਿਹੜੀ ਸੋਭਾ ਹੈ ਨਾ ਉਹ ਕੁਝ ਵੱਖਰੀ ਤਰ੍ਹਾਂ ਦੀ ਹੈ। ਸਗਰੇ ਪੁਰ ਬਾਜ਼ਾਰ ਮੈਂ ਫੇਰਾ, ਜਨ ਪੂਜਾ ਹਿਤ ਪਾਵਤ ਫੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰਿਆਂ ਬਾਜ਼ਾਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਚੰਦੂ ਨੂੰ ਫੇਰਿਆ ਗਿਆ ਤੇ ਮਾਨੋ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਵੱਡੇ ਮਹੰਤ ਨੇ ਪੁਰੀ ਦੇ ਵਿੱਚ ਫੇਰਾ ਪਾਇਆ ਹੋਵੇ। ਦੇਖ ਦੇਖ ਬੋਲੇ ਸਿੱਖ ਸਿਆਣੇ, ਇਹ ਗੁਰ ਦਰੋਹੀ ਮੂੜ ਮਹਾਨੇ। ਵੇਖ ਵੇਖ ਕੇ ਜਿਹੜੇ ਸਿਆਣੇ ਸਿੱਖ ਨੇ ਉਹ ਕਹਿੰਦੇ ਨੇ ਕਿ ਇਹ ਚੰਦੂ ਗੁਰੂ ਦਾ ਧਰੋਹੀ ਹੈ ਔਰ ਵੱਡਾ ਮਹਾਨ ਮੂਰਖ ਹੈ। ਸ੍ਰੀ ਹਰਿ ਗੋਬਿੰਦ ਰਿਸ ਕਰ ਪਾਰੀ,
ਗਹਿਣ ਪ੍ਰਤਗਿਆ ਕਠਨ ਉਚਾਰੀ। ਹੁਣ ਲੋਕੀ ਗੱਲਾਂ ਕਰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਗੁੱਸੇ ਨੂੰ ਧਾਰਨ ਕਰਕੇ ਮਾਨੋ ਕਿ ਇੱਕ ਬਹੁਤ ਵੱਡੀ ਪ੍ਰਤਿਗਿਆ ਕਸਮ ਖਾਧੀ ਸੀ। ਕਰੀ ਸਪਤ ਬੜ ਪਾਤਕ ਹੋਏ, ਸੁਣ ਕਰ ਨਿਸ਼ਚਾ ਕਰੇ ਨਾ ਕੋਏ। ਮਾਨੋ ਕਿ ਚੰਦੂ ਨੂੰ ਮਾਰਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਤਿਗਿਆ ਕੀਤੀ ਸੀ, ਤੇ ਜਦੋਂ ਪ੍ਰਤਿਗਿਆ ਕੀਤੀ ਸੀ ਉਸ ਵੇਲੇ ਸਤਿਗੁਰਾਂ ਨੇ ਇਹ ਵੀ ਬਚਨ ਆਖੇ ਸਨ ਕਿ ਮੈਨੂੰ ਆਹ ਪਾਪ ਲੱਗੇ ਜੇ ਮੈਂ ਚੰਦੂ ਨੂੰ ਫੜ ਕੇ ਬੁਰੀ ਮੌਤੇ ਨਾ ਮਾਰਾਂ। ਤੁਸੀਂ ਇਤਿਹਾਸ ਨੂੰ ਸੁਣ ਚੁੱਕੇ ਹੋ, ਇੱਕ ਕਸਮ ਖਾਧੀ ਸੀ ਪਰ ਉਸ ਦੇ ਨਾਲ ਕਈ ਸਾਰੀਆਂ ਐਸੀਆਂ ਕਸਮਾਂ ਵੀ ਖਾਧੀਆਂ ਸਨ ਕਿ ਜੇ ਮੈਂ ਚੰਦੂ ਨੂੰ ਨਾ ਮਾਰ ਸਕਿਆ ਤੇ ਮੈਨੂੰ ਆਹ ਪਾਪ ਲੱਗੇ, ਆਹ ਪਾਪ ਲੱਗੇ, ਆਹ ਪਾਪ ਲੱਗੇ। ਬੜੇ ਪਾਪਾਂ ਦੀ ਉਸ ਵੇਲੇ ਗਿਣਤੀ ਕੀਤੀ ਸੀ ਕਿ ਜੇ ਮੈਂ ਚੰਦੂ ਨੂੰ ਨਾ ਮਾਰ ਸਕਿਆ ਤੇ ਮੈਨੂੰ ਇਸ ਤਰ੍ਹਾਂ ਦੇ ਪਾਪ ਲੱਗਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਸ ਗੱਲ ਦਾ ਜ਼ਿਕਰ ਕਰ ਰਹੇ ਨੇ, ਜਦੋਂ ਸਤਿਗੁਰਾਂ ਨੇ ਇਹ ਸੁਗੰਧ ਖਾਧੀ ਸੀ, ਇਹ ਪ੍ਰਤਿਗਿਆ ਕੀਤੀ ਸੀ, ਕਿਮ ਇਸ ਗਹਿ ਸੁਸ਼ਾਹ ਦੀਵਾਨੇ। ਲੋਕਾਂ ਦੇ ਮਨ ਦੇ ਵਿੱਚ ਬੜੀ ਸ਼ੰਕਾ ਆਈ ਸੀ। ਇੱਥੋਂ ਤੱਕ ਤੁਸੀਂ ਸੁਣ ਚੁੱਕੇ ਹੋ ਕਿ ਮਸੰਦਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਾਤਾ ਗੰਗਾ ਨੂੰ ਜਾ ਕੇ ਆਖਿਆ ਕਿ ਐਡੀ ਵੱਡੀ ਉਹਨਾਂ ਨੇ ਪ੍ਰਤਿਗਿਆ ਧਾਰਨ ਕੀਤੀ ਹੈ, ਪੂਰੀ ਨਹੀਂ ਹੋਣੀ। ਉਹ ਤੁਸੀਂ ਕਥਾ ਸੁਣ ਚੁੱਕੇ ਹੋ, ਮੈਂ ਉਸ ਪਾਸੇ ਨਹੀਂ ਜਾਣਾ। ਪਰ ਕਵੀ ਜੀ ਲਿਖਦੇ ਨੇ ਕਿ ਕਿਸੇ ਦੇ ਮਨ ਦੇ ਵਿੱਚ ਇਹ ਯਕੀਨ ਨਹੀਂ ਸੀ ਆਇਆ ਕਿ ਐਡੀ ਵੱਡੀ ਗੱਲ ਨੂੰ ਇਹ ਪੂਰਾ ਕਰ ਲੈਣਗੇ। ਜੋ ਸਗਰੀ ਅਵਨੀ ਕੋ ਮਾਲਕ, ਤਿਸ ਕੀ ਕਾਰ ਇਸੀ ਕੇ ਤਾਲਕ। ਉਸ ਵੇਲੇ ਲੋਕਾਂ ਨੇ ਸੋਚਿਆ ਸੀ ਜਿਹੜਾ ਸਾਰੇ ਹਿੰਦੁਸਤਾਨ ਦਾ ਮਾਲਕ ਬਾਦਸ਼ਾਹ ਹੈ, ਔਰ ਕਹਿੰਦੇ ਨੇ ਕਿ ਸਾਰਾ ਉਸ ਦਾ ਤਾਲਕ ਹੈ। ਜਿਸ ਤਰ੍ਹਾਂ ਬਾਦਸ਼ਾਹ ਦਾ ਹਿੰਦੁਸਤਾਨ ਦੇ ਉੱਤੇ ਤਲਕ ਹੈ, ਉਸੇ ਤਰ੍ਹਾਂ ਚੰਦੂ ਵਜ਼ੀਰ ਦਾ ਵੀ ਤਲਕ ਹੈ। ਛਲ ਬਲ ਤੇ ਪੂਰਨ ਖਲ ਖੋਟਾ, ਜਿਸ ਕੋ ਹੁਕਮ ਨਾ ਕਿਨਹੂ ਹੋਟਾ। ਬੜਾ ਛੜੀਆ ਹੈ, ਬੜਾ ਤਾਕਤ ਵਾਲਾ ਹੈ, ਮਾਨੋ ਕਿ ਖੋਟ ਤਾਈ ਦੇ ਨਾਲ ਪੂਰਨ ਹੈ, ਖੋਟਾ ਹੈ, ਜਿਹਦੇ ਹੁਕਮ ਨੂੰ ਕਦੇ ਕੋਈ ਮੋੜ ਨਹੀਂ ਸਕਿਆ। ਗਾਹਿਓ ਜਾਏ ਕਿਵੇਂ ਔਖੀ ਬਾਤ, ਤਉ ਮਹਾ ਗੁਰ ਦਰੋਹੀ ਗਾਤ। ਉਸ ਵੇਲੇ ਲੋਕਾਂ ਨੇ ਸੋਚਿਆ ਸੀ ਕਿ ਐਸੇ ਵੱਡੇ ਬਾਦਸ਼ਾਹ ਦੇ ਵਜ਼ੀਰ ਨੂੰ ਫੜਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਬੜੀ ਔਖੀ ਗੱਲ ਹੈ। ਪਰ ਤਾਂ ਵੀ ਕਵੀ ਜੀ ਲਿਖਦੇ ਨੇ ਇਹ ਤੇ ਸਾਰੇ ਜਾਣਦੇ ਸਨ ਕਿ ਚੰਦੂ ਗੁਰੂ ਜੀ ਦਾ ਵੱਡਾ ਧਰੋਹੀ ਹੈ, ਵੱਡਾ ਪਾਪੀ। ਤਿਸ਼ਟ ਸਕੈ ਨਹੀਂ ਮੂਰਖ ਮਾਨੀ, ਪਾਪ ਵਿਸਾਲ ਕਰੇ ਮਹਾਨੀ। ਲੋਕਾਂ ਨੇ ਇਹ ਜ਼ਰੂਰ ਸ਼ੰਕਾ ਕੀਤੀ ਸੀ ਕਿ ਇਹਨਾਂ ਦੀ ਪ੍ਰਤਿਗਿਆ ਸਫਲ ਹੋਣੀ ਔਖੀ ਗੱਲ ਹੈ, ਪਰ ਨਾਲ ਦੀ ਨਾਲ ਲੋਕ ਇਹ ਵੀ ਜਾਣਦੇ ਸਨ ਕਿ ਗੁਰੂ ਦਾ ਦੋਖੀ ਹੈ, ਇਸ ਕਰਕੇ ਇਹ ਮੂਰਖ ਹੈ, ਇਹ ਮਾਨੀ ਹੈ, ਵੱਡਾ ਪਾਪੀ ਹੈ, ਇਸ ਕਰਕੇ ਇਹਦੀ ਹਾਨੀ ਤੇ ਜ਼ਰੂਰ ਹੋਵੇਗੀ। ਪਰ ਕਿਵੇਂ ਹਾਨੀ ਹੋਵੇਗੀ ਇਹ ਨਹੀਂ ਸਨ ਜਾਣਦੇ। ਹੋਤੀ ਪ੍ਰਤੀਤ ਨ ਗਹਿ ਬੇਯਾਹੂ, ਸ੍ਰੀ ਸਤਿਗੁਰ ਜੋਦਾ ਬੜ ਬਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਗੱਲ ਦੀ ਪ੍ਰਤੀਤ ਕਿਸੇ ਦੇ ਮਨ ਦੇ ਵਿੱਚ ਨਹੀਂ ਸੀ ਕਿ ਇੰਨੇ ਸੌਖੇ ਤਰੀਕੇ ਦੇ ਨਾਲ ਸਤਿਗੁਰੂ ਜੀ ਚੰਦੂ ਨੂੰ ਫੜ ਲੈਣਗੇ। ਪਰ ਕਵੀ ਜੀ ਲਿਖਦੇ ਨੇ ਸ੍ਰੀ ਸਤਿਗੁਰੂ ਜੋਦਾ ਬੜ ਬਾਹੂ। ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੱਡੇ ਅਸਲ ਦੇ ਵਿੱਚ ਯੋਧੇ ਸਾਬਤ ਹੋਏ। ਕਰੀ ਪ੍ਰਤਿਗਿਆ ਪੂਰਨ ਸਾਰੀ, ਗਹਿ ਮਾਰਿਓ ਪਿਤ ਸ਼ਤਰੂ ਕੁਚਾਰੀ। ਮਾਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਕੀਤੀ ਹੋਈ ਸਾਰੀ ਪ੍ਰਤਿਗਿਆ ਨੂੰ ਪੂਰਨ ਕੀਤਾ, ਚੰਦੂ ਨੂੰ ਫੜਿਆ ਤੇ ਬਹੁਤ ਹੀ ਭੈੜੀ ਹਾਲਤ ਦੇ ਨਾਲ ਮਾਰਿਆ। ਦਾਵਾ ਕਰਨ ਧਨ ਗੁਰ ਕੇਰਾ, ਇਹ ਗਜ ਮਾਰਿਓ ਮਸਤ ਬਡੇਰਾ। ਹੁਣ ਲੋਕੀ ਗੱਲਾਂ ਕਰਦੇ ਨੇ ਕਿ ਜਿਹੜਾ ਦਾਵਾ ਕੀਤਾ ਸੀ, ਜਿਹੜਾ ਬਚਨ ਕੀਤਾ ਸੀ, ਉਹ ਸੱਚਾ ਬਚਨ ਕੀਤਾ ਸੀ। ਉਸ ਨੂੰ ਸੱਚਾ ਕਰਕੇ ਗੁਰੂ ਨੇ ਇਸ ਵੇਲੇ ਵਿਖਾ ਦਿੱਤਾ ਹੈ। ਮਾਨੋ ਕਿ ਬੜਾ ਮਸਤ ਹੋਇਆ ਹਾਥੀ ਜਿਹੜਾ ਸੀ ਨਾ, ਉਹਨੂੰ ਮਾਨੋ ਕਿ ਕਾਬੂ ਕੀਤਾ। ਇਤਿਆਦਿਕ ਨਰ ਬਾਤ ਬਣਾਵੇ, ਸ੍ਰੀ ਹਰਿ ਗੋਬਿੰਦ ਕੋ ਜਸ ਗਾਵੇਂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹੁਤੀਆਂ ਸਾਰੀਆਂ ਗੱਲਾਂ ਲੋਕ ਕਹਿ ਕੇ ਬਣਾਉਂਦੇ ਨੇ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਬਿਆਨ ਕਰਦੇ ਨੇ। ਕੋਠਣ ਪਰ ਯਾਰ ਪੌਰਨ ਬੀਚ, ਤ੍ਰਿਆਗਣ ਪਿਖੈ ਫਿਟਕੈ ਲਖ ਨੀਚ। ਕੋਠਿਆਂ ਦੇ ਉੱਤੇ
ਤੇ ਵੱਡੇ ਵੱਡੇ ਨਗਰ ਦੇ ਦਰਵਾਜ਼ਿਆਂ ਦੇ ਵਿੱਚ ਬਹੁਤ ਸਾਰੇ ਲੋਕ ਖਲੋਤੇ ਨੇ, ਜਿਹੜੇ ਕਿ ਚੰਦੂ ਨੂੰ ਵੇਖ ਵੇਖ ਕੇ ਫਿਟਕਾਰਾਂ ਪਾ ਰਹੇ ਨੇ ਕਿ ਇਹ ਬਹੁਤ ਵੱਡਾ ਨੀਚ ਹੈ। ਗੁਰ ਦਰੋਹੀ ਕੋ ਹੋਇਆ ਸਹਾਲ, ਮਰ ਕਰ ਪਰੇ ਨਰਕ ਵਿਸਾਲ। ਸਾਰੇ ਕਹਿੰਦੇ ਨੇ ਕਿ ਇਹ ਗੁਰੂ ਦਾ ਧਰੋਹੀ ਹੈ, ਇਹਦਾ ਐਸਾ ਹਾਲ ਹੋਣਾ ਲਾਜ਼ਮੀ ਗੱਲ ਸੀ, ਤੇ ਜਦੋਂ ਮਰੇਗਾ ਨਾ ਉੱਥੇ ਵੀ ਨਰਕਾਂ ਦੇ ਵਿੱਚ ਸੁੱਟਿਆ ਜਾਵੇਗਾ। ਬਹੁਤ ਸਜ਼ਾਏ ਦੇ ਜਾਏ ਬਿਠਾਵਾ, ਸਮ ਚੰਡਾਲਣ ਮੇਲ ਮਿਲਾਵਾ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਬਹੁਤੀਆਂ ਸਾਰੀਆਂ ਸਜ਼ਾਵਾਂ ਦੇ ਕੇ ਫਿਰ ਤੋਂ ਮਾਨੋ ਕਿ ਚੰਡਾਲਾਂ ਦੇ ਨਾਲ ਜਾ ਕੇ ਮਿਲਾ ਦਿੱਤਾ। ਖਾਣ ਪਾਣ ਤਿਨ ਹੀ ਸੋ ਕਰੈ, ਜੂਤਨ ਸੀਸ ਕਸ਼ਟ ਕੋ ਭਰੈ। ਹੁਣ ਜਿਹੜਾ ਖਾਣਾ ਪੀਣਾ ਹੈ ਉਹ ਵੀ ਕੁੱਤਿਆਂ ਦੇ ਨਾਲ ਜਾਂ ਚੰਡਾਲਾਂ ਦੇ ਨਾਲ ਹੁੰਦਾ ਹੈ। ਬਾਰ-ਬਾਰ ਚੰਡਾਲਾਂ ਦਾ ਜ਼ਿਕਰ ਆਇਆ। ਚੰਡਾਲਾਂ ਤੋਂ ਭਾਵ ਛੋਟੀ ਜਾਤੀ ਤੋਂ ਹੈ, ਜਾਂ ਕਹਿ ਲਈਏ ਕਿ ਚੂੜਿਆਂ ਦੇ ਨਾਲ। ਉਹਨਾਂ ਦੇ ਨਾਲ ਹੀ ਖਾਂਦਾ ਹੈ, ਉਹਨਾਂ ਦੇ ਨਾਲ ਹੀ ਬਹਿੰਦਾ ਹੈ। ਜੂਤਨ ਸੀਸ ਕਸ਼ਟ ਕੋ ਭਰੈ, ਤੇ ਰੋਜ਼ ਪਰਸਪਰ ਜੁੱਤੀਆਂ ਸਿਰ ਦੇ ਵਿੱਚ ਵੱਜਦੀਆਂ ਨੇ, ਉਹਨਾਂ ਦਾ ਕਸ਼ਟ ਝੱਲਦਾ ਹੈ। ਇੱਕ ਦੋਏ ਦਿਨ ਗੁਰ ਸਾਧਨ ਬਿਤਾਏ, ਖਾਂ ਵਜ਼ੀਰ ਬਹੁ ਬਿਨੈ ਅਲਾਏ। ਇੱਕ ਦੋ ਦਿਨ ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਬਤੀਤ ਹੋ ਗਏ, ਤੇ ਫਿਰ ਦੂਸਰੇ ਤੀਸਰੇ ਦਿਨ ਤੋਂ ਬਾਅਦ ਵਜ਼ੀਰ ਖਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਭਏ ਤਿਆਰ ਲਵ ਪੁਰ ਕੋ ਜਾਣੇ, ਦਰਸ ਕਰਿਓ ਸਭ ਗੁਰੂ ਸਥਾਨੇ। ਵਜ਼ੀਰ ਖਾਂ ਨੇ ਹੱਥ ਜੋੜ ਕੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਲਾਹੌਰ ਜਾਣਾ ਸੀ, ਤੁਸੀਂ ਵਾਅਦਾ ਕੀਤਾ ਸੀ ਕਿ ਲਾਹੌਰ ਜਾਵਾਂਗੇ। ਸੱਚੇ ਪਾਤਸ਼ਾਹ 2-3 ਦਿਨ ਲੰਘ ਗਏ ਨੇ, ਹੁਣ ਲਾਹੌਰ ਚੱਲੋ। ਗ੍ਰੰਥਾਕਾਰ ਭਾਈ ਸੰਤੋਖ ਸਰੀ ਜੀ ਲਿਖਦੇ ਨੇ ਫਿਰ ਲਾਹੌਰ ਜਾਣ ਦੀ ਸਤਿਗੁਰਾਂ ਨੇ ਤਿਆਰੀ ਕੀਤੀ। ਸਾਰੀ ਗੁਰੂ ਦੀ ਜਗ੍ਹਾ ਦੇ ਉੱਤੇ ਜਾ ਕੇ ਨਮਸਕਾਰਾਂ ਕੀਤੀਆਂ। ਜਾਏ ਮਾਤ ਕੋ ਸੀਸ ਨਿਵਾਵਾ, ਗਾਰੇ ਲਗਾਏ ਕੰਠ ਭਰ ਆਵਾ। ਲਾਹੌਰ ਜਾਣ ਤੋਂ ਪਹਿਲਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਮਾਤਾ ਗੰਗਾ ਜੀ ਨੂੰ ਨਮਸਕਾਰ ਕੀਤੀ ਹੈ ਔਰ ਜਾਣ ਦੀ ਆਗਿਆ ਮੰਗੀ ਹੈ। ਉਸ ਵੇਲੇ ਘੁੱਟ ਕੇ ਜੱਫੀ ਦੇ ਵਿੱਚ ਮਾਤਾ ਗੰਗਾ ਜੀ ਨੇ ਸਤਿਗੁਰਾਂ ਨੂੰ ਲਿਆ ਹੈ ਔਰ ਮਾਨੋ ਕਿ ਪ੍ਰੇਮ ਦੇ ਨਾਲ ਗਲਾ ਭਰ ਆਇਆ, ਕੰਠ ਰੁਕ ਗਿਆ। ਪ੍ਰਿਆ ਪੁੱਤਰਾ ਮੁਖ ਦੇਖ ਬਿਸਾਲਾ, ਵਿਚਰਨ ਤੇ ਦੁੱਖ ਲੈ ਤਿਸ ਕਾਲਾ। ਆਪਣੇ ਪਿਆਰੇ ਪੁੱਤਰ ਦੇ ਮੁਖੜੇ ਨੂੰ ਦੇਖ ਕੇ ਮਾਤਾ ਗੰਗਾ ਜੀ ਵਧੇਰੇ ਖੁਸ਼ ਰਹਿੰਦੇ ਸਨ, ਪਰ ਜਦੋਂ ਵੀ ਸਤਿਗੁਰਾਂ ਦਾ ਵਿਛੋੜਾ ਪੈਂਦਾ ਸੀ ਤੇ ਦੁੱਖ ਮੰਨਦੇ ਸਨ। ਇਸ ਕਰਕੇ ਹੁਣ ਫਿਰ ਤੋਂ ਜਾ ਰਹੇ ਨੇ, ਇਸ ਕਰਕੇ ਮਾਤਾ ਗੰਗਾ ਜੀ ਨੇ ਦੁੱਖ ਪ੍ਰਤੀਤ ਕੀਤਾ, ਦੁੱਖ ਮੰਨਿਆ। ਸ੍ਰੀ ਹਰਿ ਗੋਬਿੰਦ ਧੀਰਜ ਦੀਨ, ਲਵਪੁਰ ਨਿਕਟ ਆਪ ਕੇ ਚੀਨ। ਜਦੋਂ ਮਾਤਾ ਜੀ ਦੁਖੀ ਹੋਏ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੂੰ ਧੀਰਜ ਦਿੱਤਾ। ਕਹਿੰਦੇ ਨੇ ਹੇ ਮਾਤਾ ਜੀ, ਲਵਪੁਰ ਨਿਕਟ ਆਪ ਕੇ ਚੀਨ। ਲਾਹੌਰ ਨਗਰੀ ਤੇ ਮਾਤਾ ਜੀ ਬਹੁਤੀ ਦੂਰੀ ਤੇ ਨਹੀਂ ਹੈ, ਅਸੀਂ ਤੇ ਬੜੀ ਦੂਰੋਂ ਹੋ ਕੇ ਮੁੜ ਆਇਆ, ਇਹ ਤੇ ਨਗਰੀ ਬੜੀ ਲਾਗੇ ਹੈ। ਨਿਤ ਸੁਧ ਪ੍ਰਾਪਤ ਕੁਸ਼ਲ ਸਰੀਰ, ਜਾਂ ਤੇ ਜਾਣ ਲਿਹੋ ਨਿਜ ਤੀਰ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਤਾ ਜੀ ਰੋਜ਼ ਸਾਡੇ ਸਰੀਰ ਦੀ ਜਿਹੜੀ ਸੁੱਖ ਸਾਂਦ ਦੀ ਖਬਰ ਹੈ ਨਾ, ਉਹ ਤੁਹਾਡੇ ਕੋਲ ਪਹੁੰਚ ਜਾਇਆ ਕਰੇਗੀ। ਤੁਸੀਂ ਸਾਨੂੰ ਆਪਣੇ ਤੋਂ ਦੂਰ ਨਾ ਮੰਨੋ, ਅਸੀਂ ਤੇ ਬੜੇ ਲਾਗੇ ਜਾ ਰਹੇ। ਨਮੋ ਕਰਤ ਨਿਕਸੇ ਪੁਨ ਬਾਹਰ, ਸਭ ਨਰ ਕਰਤ ਚਰਨ ਕੋ ਆਹਰ। ਨਮਸਕਾਰ ਕਰਕੇ ਮਾਤਾ ਗੰਗਾ ਜੀ ਨੂੰ ਫਿਰ ਸਤਿਗੁਰੂ ਜੀ ਬਾਹਰ ਆਏ ਨੇ ਤੇ ਸਾਰਿਆਂ ਸਿੱਖਾਂ ਸੇਵਕਾਂ ਨੇ ਮਾਨੋ ਕਿ ਜਾਣ ਦੀ ਤਿਆਰੀ ਕੀਤੀ। ਕਿਤਕ ਚਮੂ ਨਿਜ ਨਗਰ ਟਿਕਾਈ, ਕੇਤਕ ਆਪਣੇ ਸੰਗ ਚੜਾਈ। ਕਾਫੀ ਸਾਰੀ ਸਤਿਗੁਰਾਂ ਦੀ ਜਿਹੜੀ ਫੌਜ ਸੀ ਉਹ ਅੰਮ੍ਰਿਤਸਰ ਨਗਰ ਦੇ ਵਿੱਚ ਹੀ ਟਿਕ ਗਈ ਹੈ ਤੇ ਬਾਕੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜਾਣ ਦੇ ਵਾਸਤੇ ਤਿਆਰ ਹੋਏ। ਸਕਲ ਮਸੰਦਨ ਨਿਕਟ ਨਿਹਾਰ, ਸੌਂਪੀ ਜਥਾ ਜੋਗ ਘਰ ਕਾਰ। ਮਸੰਦ ਸਾਰੇ ਦੇ ਸਾਰੇ ਸਤਿਗੁਰਾਂ ਦੇ ਲਾਗੇ ਖੜੇ ਸਨ। ਸਤਿਗੁਰਾਂ ਨੇ ਹੁਕਮ ਕਰਕੇ ਸਾਰਿਆਂ ਮਸੰਦਾਂ ਨੂੰ ਗੁਰੂ ਘਰ ਦੀ ਜਿਹੜੀ ਕਾਰ ਸੀ ਨਾ, ਉਹ ਸੰਭਾਲ ਦਿੱਤੀ। ਚਪਲ ਤੁਰੰਗ ਬਲੀ ਪਰ ਚੜੇ, ਤੌਸਾ ਬਜਿਓ ਆਨੰਦ ਔਰ ਬੜੇ। ਬੜੇ ਚੰਚਲ ਤੇ ਬਲੀ ਘੋੜੇ ਦੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਅਸਵਾਰੀ ਕੀਤੀ। ਉਸ ਵੇਲੇ ਜਾਣ ਤੋਂ ਪਹਿਲਾਂ ਬਹੁਤ ਵੱਡਾ ਧੌਂਸਾ ਨਗਾਰਾ ਖੜਕਾਇਆ ਗਿਆ,
ਜਿਹਦੀ ਧੁਨ ਨੂੰ ਸੁਣ ਕੇ ਆਨੰਦ ਮਨ ਦੇ ਵਿੱਚ ਸਾਰਿਆਂ ਦੇ ਵੱਜਾ। ਸੰਗ ਵਜ਼ੀਰ ਖਾਨ ਕੋ ਲੀਨ, ਲਵਪੁਰ ਪੰਥ ਪਿਆਨੋ ਕੀਨ। ਵਜ਼ੀਰ ਖਾਨ ਨੂੰ ਸਤਿਗੁਰਾਂ ਨੇ ਆਪਣੇ ਨਾਲ ਲਿਆ ਹੈ ਔਰ ਇਸੇ ਤਰੀਕੇ ਦੇ ਨਾਲ ਲਾਹੌਰ ਦੇ ਵੱਲ ਚੱਲ ਪਏ। ਜੇਠਾ ਕਰ ਚੰਦੂ ਤਕਰਾਈ, ਕਰੇ ਸੰਗ ਕਹਿ ਨਰ ਸਮੁਦਾਈ। ਦੂਸਰੇ ਪਾਸੇ ਭਾਈ ਜੇਠਾ ਜੀ ਨੇ ਚੰਦੂ ਦੀ ਤਕੜਾਈ ਕੀਤੀ ਹੈ, ਬਹੁਤੇ ਸਾਰੇ ਮਨੁੱਖਾਂ ਨੂੰ ਹਦਾਇਤ ਕੀਤੀ ਹੈ ਕਿ ਇਹਨੂੰ ਨਾਲੋਂ ਨਾਲ ਲੈ ਕੇ ਆਓ। ਗਹਿਓ ਚੰਡਾਲਣ ਮਾਰਗ ਚਾਲਾ, ਹਿਰਦੈ ਬਸੂਰਤ ਬਹੁਤ ਬਿਹਾਲਾ। ਚੰਡਾਲਾਂ ਨੇ ਫਿਰ ਤੋਂ ਚੰਦੂ ਨੂੰ ਫੜਿਆ ਹੈ ਤੇ ਨਾਲ ਦੀ ਨਾਲ ਲਿਜਾ ਰਹੇ ਨੇ। ਕਵੀ ਜੀ ਲਿਖਦੇ ਨੇ ਬਹੁਤ ਜ਼ਿਆਦਾ ਝੁਰਦਾ ਹੈ ਚੰਦੂ। ਕਿਆ ਮੁਝ ਸਾਥ ਸ਼ਾਹ ਨੇ ਕਰਿਓ, ਏਕ ਬਾਰ ਹੀ ਕਹਿ ਪਰ ਹਰਿਓ। ਝੁਰਦਾ ਹੈ ਚੰਦੂ, ਮਨ ਦੇ ਵਿੱਚ ਵਿਚਾਰ ਕਰਦਾ ਹੈ ਕਿ ਬਾਦਸ਼ਾਹ ਹਜ਼ਰਤ ਨੇ ਮੇਰੇ ਨਾਲ ਕੀ ਕੀਤਾ। ਮੈਂ ਇੰਨੀ ਜ਼ਿਆਦਾ ਉਹਦੀ ਖਿਦਮਤ ਕੀਤੀ, ਸੇਵਾ ਕੀਤੀ, ਪਰ ਮਾਨੋ ਕਿ ਹੁਣ ਮੈਨੂੰ ਇਸੇ ਤਰੀਕੇ ਦੇ ਨਾਲ ਇੱਕਦਮ ਦੂਰ ਕਰ ਦਿੱਤਾ ਹੈ ਔਰ ਇਹਨਾਂ ਦੇ ਹਵਾਲੇ ਕਰ ਦਿੱਤਾ ਹੈ ਜਿਹੜੇ ਮੈਨੂੰ ਦੁੱਖ ਦੇ ਰਹੇ ਨੇ। ਨਿਸਾ ਪਰੀ ਡੇਰਾ ਗੁਰ ਕੀਨ, ਖਾਣ ਪਾਣ ਸੁਪਤੇ ਸੁਖ ਲੀਨ। ਰਸਤੇ ਦੇ ਵਿੱਚ ਰਾਤ ਪਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ। ਰਾਤ ਨੂੰ ਖਾ ਪੀ ਕੇ ਫੇਰ ਸਾਰੇ ਬਿਰਾਜੇ। ਦਿਵਸ ਆਗਲੇ ਜਾਏ ਪਹੁੰਚੇ, ਪਿਖੇ ਨਗਰ ਕੇ ਮੰਦਰ ਉੱਚੇ। ਅਗਲੇ ਦਿਨ ਲਾਹੌਰ ਦੇ ਲਾਗੇ ਪਹੁੰਚ ਗਏ ਨੇ। ਇੰਨਾ ਜ਼ਿਆਦਾ ਲਾਗੇ ਆ ਗਏ ਨੇ ਕਿ ਲਾਹੌਰ ਦੀਆਂ ਵੱਡੀਆਂ ਜਿਹੜੀਆਂ ਇਮਾਰਤਾਂ ਨੇ ਉਹ ਦੂਰੋਂ ਹੀ ਦਿਸਦੀਆਂ ਨੇ। ਹਿਰਦੈ ਵਿਚਾਰ ਸਿਵਰ ਕੋ ਕਾਲਾ, ਥਾਨ ਮਜੂੰਗੀ ਲਖਿਓ ਨਿਰਾਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਆਪਣਾ ਡੇਰਾ ਲਾ ਲਿਆ। ਕਵੀ ਜੀ ਲਿਖਦੇ ਨੇ ਕਿ ਮਜੂੰਗੀ ਨਾਂ ਦੀ ਜਗ੍ਹਾ ਸੀ ਜਿੱਥੇ ਸਤਿਗੁਰਾਂ ਨੇ ਡੇਰਾ ਲਾਇਆ। ਸੰਪਾਦਕ ਨੇ 2-4 ਸਤਰਾਂ ਇਸ ਦੇ ਵਾਸਤੇ ਲਿਖੀਆਂ ਨੇ। ਸੰਪਾਦਕ ਲਿਖਦੇ ਨੇ ਕਿ ਇਹ ਉਸ ਵੇਲੇ ਇੱਕ ਪਿੰਡ ਹੁੰਦਾ ਸੀ ਜਿਹਦਾ ਨਾਂ ਸੀ ਮਜੂੰਗੀ। ਹੁਣ ਠੰਡੀ ਸੜਕ ਦੇ ਗਿਰਦ ਜੋ ਵਸੋਂ ਨਵੀਂ ਹੋਈ ਹੈ ਉੱਥੇ ਇਹ ਪਿੰਡ ਸੀ। ਮਿਲ ਕੇ ਸਿਵਲ ਲਾਈਨ ਵਿੱਚ ਸ਼ਹਿਰ ਦਾ ਹਿੱਸਾ ਹੋ ਗਿਆ ਹੈ। ਯਾਦਗਾਰੀ ਗੁਰਦੁਆਰਾ ਇਸ ਟਿਕਾਣੇ ਮੌਜੂਦ ਹੈ। ਗੁਰਦੁਆਰੇ ਦੇ ਅੱਗੋਂ ਲੰਘਦੀ ਸੜਕ ਦਾ ਨਾਂ ਹੁਣ ਟੈਂਪਲ ਰੋਡ ਪੈ ਗਿਆ ਹੈ। ਸੰਪਾਦਕ ਨੇ ਇਹ ਗੱਲ ਕੀਤੀ ਹੈ ਕਿ ਉਸ ਵੇਲੇ ਇਹ ਪਿੰਡ ਹੁੰਦਾ ਸੀ ਜਿਹਦਾ ਨਾਂ ਸੀ ਮੁਜੰਗੀ, ਪਰ ਵਸੋਂ ਵਧਣ ਦੇ ਕਾਰਨ ਹੁਣ ਸ਼ਹਿਰ ਦੇ ਵਿੱਚ ਹੀ ਇਹ ਪਿੰਡ ਮਿਲ ਗਿਆ ਹੈ। ਉੱਥੇ ਸਤਿਗੁਰਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਹੁਣ ਵੀ ਬਣਿਆ ਹੋਇਆ ਤੇ ਕਵੀ ਜੀ ਕਹਿੰਦੇ ਨੇ ਕਿ ਗੁਰਦੁਆਰੇ ਦੇ ਅੱਗੋਂ ਜਿਹੜੀ ਸੜਕ ਲੰਘਦੀ ਹੈ ਉਸ ਸੜਕ ਦਾ ਨਾਂ ਹੈ ਟੈਂਪਲ ਰੋਡ। ਉੱਤਰ ਪਰੇ ਗੁਰ ਕੋ ਸਭ ਹੇਰਾ, ਨਿਜ ਨਿਜ ਮਿਸਲ ਕੀਨ ਤਹਿ ਡੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਤੇ ਡੇਰਾ ਲਾਇਆ ਤੇ ਸਾਰਿਆਂ ਸਿੱਖਾਂ ਸੇਵਕਾਂ ਨੇ ਵੀ ਉਸ ਜਗ੍ਹਾ ਦੇ ਉੱਤੇ ਪੜਾਅ ਕੀਤਾ। ਇੱਕ ਸਮ ਬਲੀ ਤੁਰੰਗ ਲਗਾਏ, ਉਤਰੇ ਸੁਪਾਟ ਤਹਾਂ ਸੁਖ ਪਾਏ। ਲੈਣ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਬਲੀ ਘੋੜੇ ਨੇ ਉਹਨਾਂ ਨੂੰ ਬੰਨ੍ਹ ਦਿੱਤਾ ਗਿਆ। ਸਾਰੇ ਸਤਿਗੁਰਾਂ ਦੇ ਜਿਹੜੇ ਸ਼ਸਤਰਧਾਰੀ ਯੋਧੇ ਸੀ ਉਹਨਾਂ ਨੇ ਸੁਖ ਪਾਇਆ। ਜਾਏ ਵਜ਼ੀਰ ਖਾਨ ਤਤਕਾਲਾ, ਸੁਧ ਦੀਨ ਕਹਿ ਸ਼ਾਹ ਬਿਸਾਲਾ। ਉਸੇ ਵੇਲੇ ਵਜ਼ੀਰ ਖਾਨ ਨੇ ਤਤਕਾਲ ਹੀ ਬਾਦਸ਼ਾਹ ਜਹਾਂਗੀਰ ਨੂੰ ਸਤਿਗੁਰਾਂ ਦੇ ਆਉਣ ਦੀ ਖਬਰ ਦਿੱਤੀ। ਉਤਰੇ ਗੁਰੂ ਮੁਜੰਗੀ ਆਏ, ਪਹੁੰਚੇ ਅਬੇਹੇਰ ਤੁਮ ਪਾਏ। ਵਜ਼ੀਰ ਖਾਨ ਬਾਦਸ਼ਾਹ ਜਹਾਂਗੀਰ ਨੂੰ ਕਹਿੰਦਾ ਹੈ ਕਿ ਤੇਰੀ ਪ੍ਰੇਮ ਭਾਵਨਾ ਨੂੰ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਲਾਹੌਰ ਆਏ ਨੇ ਤੇ ਲਾਹੌਰ ਤੋਂ ਬਾਹਰ ਜਿਹੜਾ ਮਜੂੰਗੀ ਨਾਂ ਦਾ ਪਿੰਡ ਹੈ ਨਾ ਉੱਥੇ ਸਤਿਗੁਰਾਂ ਨੇ ਡੇਰਾ ਲਾਇਆ। ਸੁਣ ਹਜ਼ਰਤ ਆਏ ਸਤਬ ਦੀਨ, ਸਭ ਸੁਧ ਲੀਜੈ ਗੁਰੂ ਪ੍ਰਵੀਨ। ਉਸੇ ਵੇਲੇ ਵਜ਼ੀਰ ਖਾਨ ਨੂੰ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਹਰ ਇੱਕ ਪ੍ਰਕਾਰ ਦੀ ਸੇਵਾ ਸਾਂਭ ਸਤਿਗੁਰਾਂ ਦੀ ਉੱਥੇ ਕੀਤੀ ਜਾਵੇ। ਸੇਵਾ ਕਰੋ ਸਰਬ ਹੀ ਰੀਤ, ਬੂਝੋ ਜਾਏ ਪਾਸ ਸੁਧ ਨੀਤ। ਕਹਿੰਦਾ ਕਿ ਹਰ ਇੱਕ ਪ੍ਰਕਾਰ ਦੀ ਸੇਵਾ ਕੀਤੀ ਜਾਵੇ ਸਤਿਗੁਰਾਂ ਦੀ। ਬਾਰ-ਬਾਰ ਜਾ ਕੇ ਉਹਨਾਂ ਦੀ ਖਬਰਸਾਰ ਨੂੰ ਲਵੋ, ਜੋ ਚਾਹੀਦਾ ਹੈ ਉਹ ਪਹੁੰਚਾਵੋ। ਸੁਣ ਵਜ਼ੀਰ ਖਾਂ ਹਰਖਤ ਹੋਏ, ਕਰੀ ਤਥਾ ਹਜ਼ਰਤ ਕਹੀ ਜੋਏ। ਕਵੀ ਜੀ ਲਿਖਦੇ ਨੇ ਕਿ ਸੁਣ ਕੇ ਬਾਦਸ਼ਾਹ ਦੀਆਂ ਗੱਲਾਂ ਨੂੰ
ਵਜ਼ੀਰ ਖਾਂ ਖੁਸ਼ ਹੋਇਆ ਤੇ ਜਿਸ ਤਰ੍ਹਾਂ ਬਾਦਸ਼ਾਹ ਨੇ ਆਖਿਆ ਉਵੇਂ ਉਵੇਂ ਹੀ ਸਤਿਗੁਰਾਂ ਦੀ ਸੇਵਾ ਕੀਤੀ। ਏਕ ਨਿਸਾ ਕਰਕੇ ਗੁਰ ਬਾਸਾ ਭਈ ਪ੍ਰਭਾਤ ਵਿਸਾਲ ਪ੍ਰਕਾਸ਼ਾ। ਕਵੀ ਜੀ ਲਿਖਦੇ ਨੇ ਕਿ ਇੱਕ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਤੀਤ ਕੀਤੀ ਜਦੋਂ ਅਗਲੀ ਸਵੇਰ ਹੋਈ, ਜਦੋਂ ਬਹੁਤਾ ਹੀ ਜ਼ਿਆਦਾ ਸੂਰਜ ਦਾ ਪ੍ਰਕਾਸ਼ ਹੋ ਗਿਆ। ਪਾਠਿਓ ਸਿੱਖ ਬਹੁ ਕਰਿਓ ਕਰਾਹੋ ਗੁਰ ਥਲ ਹੀਰਨ ਹਿਰਦੈ ਉਮਾਹੋ। ਇੱਕ ਸਿੱਖ ਨੂੰ ਸਤਿਗੁਰਾਂ ਨੇ ਪਹਿਲਾਂ ਹੀ ਲਾਹੌਰ ਦੇ ਵਿੱਚ ਭੇਜ ਦਿੱਤਾ। ਉਸ ਨੂੰ ਹੁਕਮ ਕੀਤਾ ਗਿਆ ਕਿ ਕਾਫੀ ਸਾਰਾ ਕੜਾਹ ਪ੍ਰਸ਼ਾਦ ਤਿਆਰ ਕਰੋ। ਗੁਰ ਥਲ ਹੀਰਨ ਹਿਰਦੈ ਉਮਾਹੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਇਹ ਉਮੰਗ ਪੈਦਾ ਹੋਈ ਹੈ ਕਿ ਸਾਰਿਆਂ ਤੋਂ ਪਹਿਲਾਂ ਲਾਹੌਰ ਦੇ ਵਿੱਚ ਜਾ ਕੇ ਗੁਰੂ ਜੀ ਦੀ ਜਗ੍ਹਾ ਦਾ ਦਰਸ਼ਨ ਕਰਨਾ। ਜੇਠਾ ਆਦਿਕ ਲੈ ਕਰ ਸਾਥ ਨਗਰ ਪ੍ਰਵੇਸ਼ੇ ਸ੍ਰੀ ਗੁਰ ਨਾਥ। ਭਾਈ ਜੇਠਾ ਜੀ ਵਰਗੇ ਸ਼੍ਰੋਮਣੀ ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਦੇ ਵਿੱਚ ਪ੍ਰਵੇਸ਼ ਕੀਤਾ। ਸਤਿਗੁਰ ਰਾਮਦਾਸ ਜਹ ਜਨਮੇ ਗਮਣੇ ਪ੍ਰਥਮ ਭਈ ਧਰ ਮਨਵੇਂ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਪ੍ਰਕਾਸ਼ ਹੋਇਆ ਸੀ, ਸਾਰਿਆਂ ਤੋਂ ਪਹਿਲਾਂ ਜਾ ਕੇ ਉੱਥੇ ਪ੍ਰੇਮ ਭਾਵਨਾ ਦੇ ਨਾਲ ਨਮਸਕਾਰ ਕੀਤੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ। ਕਿਉਂਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਲਾਹੌਰ ਰਹਿਣ ਵਾਲੇ ਸਨ। ਆਪਣੇ ਸਾਰੇ ਪਰਿਵਾਰ ਨੂੰ ਛੱਡ ਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸੇਵਾ ਦੇ ਵਿੱਚ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆ ਗਏ ਸਨ। ਔਰ ਸਤਿਗੁਰਾਂ ਦੇ ਹਜ਼ੂਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਸੁਪੁੱਤਰੀ ਦੇ ਨਾਲ ਰਾਮਦਾਸ ਜੀ ਦਾ ਵਿਆਹ ਕੀਤਾ ਤੇ ਉੱਥੇ ਹੀ ਬਾਅਦ ਦੇ ਵਿੱਚ ਵੀ ਇਹ ਵਾਸਾ ਕਰਦੇ ਰਹੇ। ਪਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਅਵਤਾਰ ਹੈ ਉਹ ਲਾਹੌਰ ਹੋਇਆ ਸੀ। ਕਵੀ ਜੀ ਲਿਖਦੇ ਨੇ ਕਿ ਉਸ ਜਗ੍ਹਾ ਤੇ ਜਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਨਮਸਕਾਰ ਕੀਤੇ। ਕਰ ਦਰਸ਼ਨ ਕੋ ਸੀਸ ਨਿਵਾਇਓ ਕਹਿ ਪੰਚਾਮ੍ਰਿਤ ਬਹੁ ਵਰਤਾਇਓ। ਦਰਸ਼ਨ ਕਰਕੇ ਸਿਰ ਨਿਵਾ ਕੇ ਫਿਰ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਉਸ ਜਗ੍ਹਾ ਦੇ ਉੱਤੇ ਵਰਤਾਇਆ ਗਿਆ। ਸੋਡੀ ਕੁਲ ਭੂਖਣ ਕੇ ਥਾਨ ਕਿਤਕ ਸਮੇਂ ਬੈਠੇ ਸੁਖ ਮਾਨ। ਕਵੀ ਜੀ ਲਿਖਦੇ ਨੇ ਕਿ ਮਾਨੋ ਸੋਢੀ ਕੁਲ ਦੇ ਜਿਹੜੇ ਗਹਿਣੇ ਮਾਤਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਨ, ਉਹਨਾਂ ਦੀ ਜਿਹੜੀ ਜਗ੍ਹਾ ਸੀ ਨਾ, ਉੱਥੇ ਕਾਫੀ ਸਮਾਂ ਤੱਕ ਸਤਿਗੁਰੂ ਜੀ ਬੈਠੇ ਰਹੇ। ਸ੍ਰੀ ਗੁਰ ਰਾਮਦਾਸ ਧਰਮਸ਼ਾਲਾ ਕੀਨ ਚੇਨਾਵਣ ਪੁੰਨ ਵਿਸਾਲਾ। ਇਸ ਤੋਂ ਇਲਾਵਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਲਾਹੌਰ ਦੇ ਵਿੱਚ ਇੱਕ ਧਰਮਸ਼ਾਲਾ ਵੀ ਚਿਣਵਾਈ ਗਈ ਸੀ। ਵੱਡਾ ਪੁੰਨ ਦਾ ਕਾਰਜ ਸੀ। ਪੌਣੇ ਉੱਠ ਤਿਸ ਕੋ ਦਰਸ਼ਨ ਕਰਿਓ ਥਾਨ ਵੱਢਣ ਕੋ ਪਿਖ ਸੁਖ ਭਰਿਓ। ਇਸ ਤੋਂ ਬਾਅਦ ਉਸ ਧਰਮਸ਼ਾਲਾ ਦਾ ਜਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਕੀਤਾ। ਮਾਨੋ ਕਿ ਵੱਡਿਆਂ ਦੀ ਜਗ੍ਹਾ ਨੂੰ ਵੇਖ ਵੇਖ ਕੇ ਬੜਾ ਹੀ ਸੁਖ ਮਾਣ ਰਹੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ। ਬਹੁਰ ਬਾਵਲੀ ਜਹਾਂ ਬਣਾਈ ਮੱਜਨ ਕੀਨ ਤਹਾਂ ਗੁਰੂ ਜਾਈ। ਇਸ ਤੋਂ ਇਲਾਵਾ ਜਿਹੜੀ ਲਾਹੌਰ ਦੇ ਵਿੱਚ ਬੌਲੀ ਬਣੀ ਹੋਈ ਹੈ, ਉਸ ਬੌਲੀ ਦੇ ਵਿੱਚ ਜਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ। ਬਹੁਤ ਪ੍ਰਸਾਦ ਵਰਤਾਏ ਆਨੰਦੇ ਸੰਗਤ ਸਿੱਖ ਮਿਲੇ ਬਹੁ ਬਰਿੰਦੇ। ਉੱਥੇ ਵੀ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਬਹੁਤ ਸਾਰੀਆਂ ਸਿੱਖ ਸੰਗਤਾਂ ਜੁੜੀਆਂ ਤੇ ਸਾਰਿਆਂ ਦੇ ਮਨ ਦੇ ਵਿੱਚ ਆਨੰਦ ਵੱਜਾ। ਇਸ ਤਰੀਕੇ ਦੇ ਨਾਲ ਹੋਇਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। हे अच्युत हे पार ब्रह्म अविनाशी अगनास। हे पूरन हे सर्ब मैं दुख पंजन गुणतास। हे संगी हे निरंकार हे निर्गुण सब टेक। हे गोबिंद हे गुण निदान जाकै सदा विवेक। हे अपरंपर हर हरे है पी होवन हार। हे संतः कै सदा संग ने धारा आधार। हे ठाकुर हो दास रो
मैं निर्गुण गुण नहीं कोय। नानक दीजै नाम दान राखो हिय परोय। याही कुल ते प्रगट होय ताही कुल को नाम। पुन द्वादश गोरिंड को मेरी है प्रणाम।